बचन सिंह दे घर अज सवेर तो ही काफ़ी चहल पहल सी। होवे भी क्यों ना, आखिर अज बचन सिंह दी सब तो वड्डी कुड़ी जोबनप्रीत कौर नूं अज मुंडे वालियां ने देखण जो आउणा सी। विचोले ने तां मुंडे कुड़ी दोवां नूं एक दूजे दी फोटो तां पहिलां ही दिखा दित्ती सी। अज तां बस देख दिखाईया करके वो रिश्ता पक्का करन आ रहे सन। जोबन अंदर कमरे च बैठी अपने हत्थां वल देखदी होई सोचां दी उधेड़ बुंच खोई होई सी, क्योंकि इस तो पहला भी जिन्ने रिश्ते उसनूं आए सन सब देख दिखाईया करन वेले मना करके चले जांदे सन। इस दा कारण सी उसदा शरीर ते बने फुलवैरी दे निशान, जो कि उसदे हत्थां गर्दन अते पैरां उत्ते सन। पर चंगी किस्मत नाल उसदे चेहरे ते कोई दाग नहीं सी। जोबन एक पढ़ी लिखी अगाह वाधू सोच वाली रज के सोहनी सुनक्खी कुड़ी सी। पर वो कहंदे आ ना, सोहना तां चन्न भी बहुत आ पर दाग तां उसदे विच भी बथेरे आ। यही गल कुछ जोबन नाल भी सी। जद वो कालज जांदी सी तां मुंडे नित उसदे राहां फुੱਲ लैके खड़े हुंदे सन, पर उसने अज तक कदे भी किसे मुंडे नूं अख चुक के नहीं देखिया सी। सियाणे मापियां दी वो सियाणी धी सी। उसदे कालज टाइम ही फुलवैरी हो गई सी, जिस दे करके उसदे हत्थां पैरां दे ਇਹ ना मिटण वाले निशान बन गए सन। ठीक होण तो बाद जद वो कालज जाण लगी तां जो मुंडे कदे उसदे राहां च फुੱਲ लैके खड़दे हुंदे सी, अज ਉਹੀ उसनूं देख के इंज पासा वट लैंदे सन जिवें कि वो कोई एलियन होवे। नाल दीआं कुड़ियां उसदे शरीर ते बने दाग धब्बे देख के उसदा मजाक उड़ाउंदियां रहिंदियां सी। इन्ने नूं बचना काहली नाल बाहरों घर दे अंदर आउंदा होया कहण लगा, ओ करमो विचोले दा फोन आ गया। ਉਹ ਮੁੰਡੇ ਵਾਲਿਆਂ ਦੇ ਨਾਲ ਪਿੰਡ ਦੇ ਅੱਡੇ 'ਚ ਪਹੁੰਚ ਗਿਆ। ਕੁਝ ਹੀ ਦੇਰ 'ਚ ਉਹਨਾਂ ਨੇ ਦਰਾਂ ਤੇ ਆਣ ਖਲੋ ਜਾਣਾ। ਆ ਤੂੰ ਜਲਦੀ ਨਾਲ ਕੰਮ ਨਿਬੇੜ ਕੇ ਤਿਆਰ ਹੋ ਜਾ। ਫਿਰ ਕਰਮੋ ਆਪਣੀ ਛੋਟੀ ਧੀ ਹਰਲੀਨ ਨੂੰ ਕਹਿਣ ਲੱਗੀ, ਨੀ ਕੁੜੀਏ ਜਾ ਤੇ ਜਾ ਕੇ ਆਪਣੀ ਦੀਦੀ ਨੂੰ ਕਹਿ ਮੁੰਡੇ ਵਾਲੇ ਆਉਣ ਹੀ ਵਾਲੇ ਆ, ਜਾ ਕੇ ਦੇਖ ਉਹ ਤਿਆਰ ਹੋਈ ਕਿ ਨਹੀਂ। ਆਪਣੀ ਮੰਮੀ ਦੀ ਗੱਲ ਸੁਣ ਕੇ ਹਰਲੀਨ ਪਲੇਟ 'ਚੋਂ ਪਕੌੜੇ ਚੱਕ ਕੇ ਬਾਹਰ ਨੂੰ ਭੱਜ ਗਈ। ਫਿਰ ਉਹ ਆਪਣੀ ਦੀਦੀ ਕੋਲ ਆ ਕੇ ਕਹਿਣ ਲੱਗੀ, ਦੀਦੀ ਮੁੰਡੇ ਵਾਲੇ ਅੱਡੇ 'ਚ ਆ ਗਏ ਆ। ਬੇਬੇ ਕਹਿ ਰਹੀ ਸੀ ਤੁਸੀਂ ਵੀ ਹੁਣ ਉੱਠ ਜਾਓ। ਆਪਣੀ ਭੈਣ ਦੀ ਗੱਲ ਸੁਣ ਕੇ ਜੋਬਨ ਸੋਚਾਂ ਦੇ ਸਮੁੰਦਰ 'ਚੋਂ ਬਾਹਰ ਆਈ ਤੇ ਆਪਣੀ ਭੈਣ ਨੂੰ ਕਹਿਣ ਲੱਗੀ, ਤੂੰ ਜਾ ਕੇ ਬੇਬੇ ਨਾਲ ਕੰਮ ਕਰਵਾ, ਮੈਂ ਤਾਂ ਤਿਆਰ ਹੀ ਹਾਂ। ਠੀਕ ਹੈ। ਉਸ ਦਾ ਸਿਰ ਪਲੋਸ ਦੇ ਬਾਹਰ ਨੂੰ ਭੇਜ ਦਿੱਤਾ। 10 ਕੁ ਮਿੰਟਾਂ ਬਾਅਦ ਵਿਚੋਲਾ ਮੁੰਡੇ ਦੇ ਮਾਂ ਪਿਓ ਨੂੰ ਨਾਲ ਬਚਨ ਦੇ ਘਰ ਆ ਪਹੁੰਚਿਆ। ਬਚਨੇ ਨੇ ਸਭ ਨੂੰ ਜੀ ਆਇਆਂ ਕੀਤਾ ਤੇ ਉਹਨਾਂ ਨੂੰ ਲੈ ਕੇ ਅੰਦਰ ਬੈਠਕ ਵਾਲੇ ਪਾਸੇ ਚਲਾ ਗਿਆ। ਸਭ ਨੂੰ ਬਿਠਾਉਣ ਤੋਂ ਬਾਅਦ ਕਰਮੋ ਸਭ ਦੇ ਲਈ ਗਲਾਸਾਂ 'ਚ ਠੰਡਾ ਪਾ ਕੇ ਲੈ ਆਈ। ਫਿਰ ਬਚਨ ਸਿੰਘ ਮੁੰਡੇ ਦੇ ਪਿਓ ਨੂੰ ਕਹਿਣ ਲੱਗਾ, ਹੋਰ ਫਿਰ ਸਰਦਾਰ ਜੀ घर ਲੱਭਣ 'ਚ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਹੋਈ ਜੀ। ਉਸ ਦੀ ਗੱਲ ਸੁਣ ਕੇ ਮੁੰਡੇ ਦੇ ਪਿਓ ਅਮਰੀਕ ਸਿੰਘ ਕਹਿਣ ਲੱਗਾ, ਨਾ ਨਾ ਜੀ ਕੋਈ ਮੁਸ਼ਕਲ ਨਹੀਂ ਹੋਈ ਬਚਨ, ਚਲੋ ਚੰਗੀ ਗੱਲ ਆ ਜੀ। ਫਿਰ ਉਸ ਤੋਂ ਬਾਅਦ ਵਿਚੋਲਾ ਕਹਿਣ ਲੱਗਾ, ਹਾਂਜੀ ਤਾਂ ਫਿਰ ਬਚਨ ਸਿੰਘ ਜੀ ਹੁਣ ਆਪਾਂ ਕੁਝ ਦੇਣ ਲੈਣ ਦੀ ਪਹਿਲਾਂ ਗੱਲ ਕਰ ਲਈਏ। ਉਸ ਦੀ ਗੱਲ ਸੁਣ ਕੇ ਬਚਨ ਸਿੰਘ ਕਹਿਣ ਲੱਗਾ, ਪਰ ਭਾਜੀ ਆਪਣੀ ਤਾਂ ਪਹਿਲਾਂ ਹੀ ਗੱਲ ਹੋਈ ਸੀ ਕਿ ਆਪਾਂ ਕੋਈ ਲੈਣ ਦੇਣ ਨਹੀਂ ਕਰਨਾ। ਉਸ ਦੀ ਗੱਲ ਸੁਣ ਕੇ ਵਿਚੋਲਾ ਕਹਿਣ ਲੱਗਾ, ਓਹੋ ਸਰਦਾਰ ਜੀ ਆਪਾਂ ਕਿਹੜਾ ਕੁਝ ਬਹੁਤਾ ਕਰਨਾ, ਥੋੜਾ ਬਹੁਤ ਹੀ ਕਰਨਾ। ਨਾਲੇ ਤੁਸੀਂ ਕਿਹੜੇ ਕਿਸੇ ਹੋਰ ਨੂੰ ਦੇਣਾ, ਤੁਹਾਡੀ ਆਪਣੀ ਧੀ ਨੂੰ ਹੀ ਦੇਣਾ। ਉਸ ਬਸ ਆਪਣੇ ਘਰ ਸੁਖੀ ਰਹੇ, ਹੋਰ ਆਪਾਂ ਨੂੰ ਕੀ ਚਾਹੀਦਾ। ਬਚਨ, ਹਾਂਜੀ ਇਹ ਤਾਂ ਹੈ ਜੀ। ਫਿਰ ਵਿਚੋਲਾ ਕਹਿਣ ਲੱਗਾ, ਦੇਖੋ ਜੀ ਫਿਰ ਮੁੰਡੇ ਦੇ ਦੋਵੇਂ ਮਾਪਿਆਂ ਨੂੰ ਛਾਪ ਤੇ ਜੀਜੇ ਨੂੰ ਵੀ, ਮੁੰਡੇ ਦੀ ਮਾਂ ਨੂੰ ਕੰਨਾਂ ਨੂੰ ਝੁਮਕੇ, ਪਿਓ ਨੂੰ ਮੁੰਦਰੀ ਤੇ ਮੁੰਡੇ ਨੂੰ ਛਾਪ ਕੜਾ ਤੇ ਇੱਕ ਮੋਟਰਸਾਈਕਲ। ਬਾਕੀ ਜੇ ਕੁਝ ਹੋਰ ਦੇਣਾ ਤਾਂ ਉਹ ਤੁਹਾਡੀ ਆਪਣੀ ਇੱਛਾ। ਬਚਨਾ ਆਪਣੇ ਦਿਮਾਗ 'ਚ ਹਿਸਾਬ ਕਿਤਾਬ ਲਾਉਂਦੇ ਹੋਏ ਕਹਿਣ ਲੱਗਾ, ਪਰ ਭਾਜੀ ਇਹ ਕੁਝ ਜ਼ਿਆਦਾ ਹੀ ਨਹੀਂ ਹੋ ਜਾਊ। ਅਸੀਂ ਤਾਂ ਮਹਾਤੜ ਜੇ ਬੰਦੇ ਆ, ਇੰਨਾ ਕੁਝ ਕਿਵੇਂ ਕਰ ਲਵਾਂਗੇ। ਨਾਲੇ ਹਾਲੇ ਤਾਂ ਵੱਡੀ ਤੋਂ ਬਾਅਦ ਮੈਂ ਮੇਰੀਆਂ 2 ਹੋਰ ਧੀਆਂ ਦੇ ਕਾਜ ਰਚਾਉਣੇ ਆ। ਉਸ ਦੀ ਗੱਲ ਸੁਣ ਕੇ ਵਿਚੋਲਾ ਕਹਿਣ ਲੱਗਾ, ਬਚਨ ਸਿੰਘ ਜੀ ਕਾਕਾ ਜੀ ਵਰਗੇ ਮੁੰਡੇ ਕਿਤੇ ਧਰੇ ਪਏ ਆ, ਕੁਝ ਦਿਨਾਂ ਨੂੰ ਇਸ ਨੇ ਵਲੈਤ ਉਡਾਰੀ ਮਾਰ ਜਾਣਾ। ਫਿਰ ਉਸ ਦੇ ਮਗਰ ਹੀ ਤੁਹਾਡੀ ਧੀ ਨੇ ਵੀ ਸਾਲ ਕੁ ਪਿੱਛੋਂ ਉੱਡ ਜਾਣਾ।
ਦੋਵੇਂ ਬੱਚੇ ਪੜ੍ਹੇ ਲਿਖੇ ਆ, ਸਮਝਦਾਰ ਆ, ਉੱਥੇ ਪਹੁੰਚ ਕੇ ਆਪੇ ਸਭ ਕੁਝ ਇਹਨਾਂ ਨੇ ਸੈੱਟ ਕਰ ਲੈਣਾ। ਆਪਣੀ ਤਾਂ ਜਿਹੋ ਜੀ ਲੰਘ ਗਈ ਸੋ ਲੰਘ ਗਈ, ਪਰ ਆਪਣੇ ਬੱਚਿਆਂ ਨੂੰ ਤਾਂ ਘੱਟੋ ਘੱਟ ਆਪਾਂ ਚੱਜ ਦੀ ਜ਼ਿੰਦਗੀ ਦਈਏ, ਇਹ ਆਪਣਾ ਫਰਜ਼ ਬਣਦਾ ਏ। ਹੁਣ ਤੁਸੀਂ ਪਹਿਲਾਂ ਕੁੜੀ ਨੂੰ ਬੁਲਾਓ, ਆਪਾਂ ਦੇਖ ਦਿਖਾਇਆ ਕਰਕੇ ਗੱਲ ਅੱਗੇ ਤੋਰੀਏ। ਫਿਰ ਬਚਨੇ ਨੇ ਕਰਮੋਂ ਨੂੰ ਜੋਬਨ ਨੂੰ ਲੈ ਕੇ ਆਉਣ ਨੂੰ ਕਿਹਾ। ਕਰਮੋਂ ਜੋਬਨ ਕੋਲ ਰਸੋਈ 'ਚ ਗਈ, ਉਸਦੇ ਸਿਰ ਤੇ ਚੁੰਨੀ ਦੇ ਕੇ ਉਸਦੇ ਹੱਥਾਂ 'ਚ ਚਾਹ ਵਾਲੀ ਟਰੇ ਫੜਾ ਕੇ ਕਹਿਣ ਲੱਗੀ, ਜਾ ਧੀਏ, ਚਾਹ ਲੈ ਕੇ ਬਾਹਰ ਜਾ ਕੇ ਸਭ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਬੁਲਾ। ਫਿਰ ਜੋਬਨ ਹੌਲੀ ਜਿਹੇ ਬੈਠਕ 'ਚ ਆਈ, ਸਭ ਨੂੰ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ। ਜੋਬਨ ਦੇ ਚਿਹਰੇ ਤੋਂ ਡੁੱਲ ਡੁੱਲ ਪੈਂਦਾ ਹੁਸਨ ਦੇਖ ਕੇ ਉਸ ਕਾਲੇ ਜਿਹੇ ਮੁੰਡੇ ਦੇ ਦਿਲ 'ਚ ਤਾਂ ਲੱਡੂ ਫੁੱਟਣ ਲੱਗੇ। ਪਰ ਜਿਵੇਂ ਹੀ ਜੋਬਨ ਨੇ ਆ ਕੇ ਉਹਨੂੰ ਚਾਹ ਫੜਾਈ ਤਾਂ ਉਸ ਦੇ ਹੱਥਾਂ ਤੇ ਬਣੇ ਦਾਗ ਦੇਖ ਕੇ ਉਸ ਦਾ ਮੂਡ ਹੀ ਇੱਕਦਮ ਬਦਲ ਗਿਆ। ਮੁੰਡੇ ਦੀ ਮਾਂ ਚਰਨੋਂ ਨੇ ਜੋਬਨ ਨੂੰ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੀ, ਹੋਰ ਧੀਏ ਕਿੰਨਾ ਕੁ ਪੜ੍ਹੀ ਐ? ਜੋਬਨ, ਜੀ ਮੈਂ MA ਕੀਤੀ ਐ। ਚਰਨੋਂ, ਵਾਹ, ਇਹ ਤਾਂ ਬਹੁਤ ਚੰਗੀ ਗੱਲ ਹੈ, ਪਰ ਆ ਤੇਰੇ ਹੱਥਾਂ ਪੈਰਾਂ ਤੇ ਕਾਹਦੇ ਨਿਸ਼ਾਨ ਆ? ਜੋਬਨ, ਜੀ ਉਹ ਮੇਰੀ ਫੁਲਵੈਰੀ ਹੋ ਗਈ ਸੀ ਨਾ, ਤਾਂ ਕਰਕੇ ਉਸਦੇ ਇਹ ਨਿਸ਼ਾਨ ਆ, ਬਾਕੀ ਹਾਲੇ ਇਸ ਦੀ ਦਵਾਈ ਚੱਲ ਰਹੀ ਹੈ। ਚਰਨੋਂ, ਚੱਲ ਕੋਈ ਗੱਲ ਨਹੀਂ ਧੀਏ, ਇਹ ਕਿਹੜਾ ਸਾਡੇ ਹੱਥ ਵੱਸ ਆ। ਫਿਰ ਚਰਨੋਂ ਕਹਿਣ ਲੱਗੀ, ਭੈਣ ਜੀ ਸਾਨੂੰ ਤਾਂ ਤੁਹਾਡੀ ਧੀ ਪਸੰਦ ਆ, ਤੁਸੀਂ ਆਪਣੀ ਧੀ ਨੂੰ ਵੀ ਇੱਕ ਵਾਰੀ ਪੁੱਛ ਲਓ ਤੇ ਫਿਰ ਆਪਾਂ ਅੱਗੇ ਗੱਲ ਕਰੀਏ। ਚਾਹ ਪਾਣੀ ਪੀਣ ਤੋਂ ਬਾਅਦ ਜਦ ਕਰਮੋਂ ਨੇ ਜੋਬਨ ਨੂੰ ਇਸ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਿਰ ਹਿਲਾ ਕੇ ਹਾਮੀ ਭਰੀ। ਉਸ ਤੋਂ ਬਾਅਦ ਜਦ ਚਰਨੋਂ ਨੇ ਆਪਣੇ ਮੁੰਡੇ ਤੋਂ ਜੋਬਨ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗਾ, ਮੰਮਾ ਮੈਂ ਪਹਿਲਾਂ ਜੋਬਨ ਨਾਲ ਇਕੱਲਿਆਂ ਕੁਝ ਗੱਲਬਾਤ ਕਰਨੀ ਹੈ। ਉਸ ਦੀ ਗੱਲ ਸੁਣ ਕੇ ਵਿਚੋਲਾ ਕਹਿਣ ਲੱਗਾ, ਹਾਂ ਹਾਂ ਕਾਕਾ ਜੀ, ਕਿਉਂ ਨਹੀਂ ਬਈ, ਆਖਰ ਦੋਨਾਂ ਦੀ ਜ਼ਿੰਦਗੀ ਦਾ ਸਵਾਲ ਹੈ। ਫਿਰ ਜੋਬਨ ਆਪਣੇ ਬਾਪੂ ਦੇ ਕਹਿਣ ਤੇ ਮੁੰਡੇ ਨਾਲ ਦੂਸਰੇ ਕਮਰੇ 'ਚ ਜਾ ਕੇ ਬੈਠ ਗਈ। ਕੁਝ ਦੇਰ ਤਾਂ ਉਹ ਦੋਵੇਂ ਚੁੱਪਚਾਪ ਬੈਠੇ ਰਹੇ। ਫਿਰ ਅਚਾਨਕ ਉਹ ਮੁੰਡਾ, ਜਿਸ ਦਾ ਨਾਮ ਸੰਨੀ ਸੀ, ਉਹ ਕਹਿਣ ਲੱਗਾ, ਇਹ ਨਿਸ਼ਾਨ ਜੋ ਤੁਹਾਡੇ ਹੱਥਾਂ ਪੈਰਾਂ ਤੇ ਹਨ, ਤੁਸੀਂ ਇਸ ਦੇ ਬਾਰੇ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਜੋਬਨ, ਹੁਣ ਤੱਕ ਸਾਡੀ ਕਿੰਨੀ ਕੁ ਵਾਰੀ ਗੱਲਬਾਤ ਹੋਈ ਆ ਤੇ ਤੁਸੀਂ ਮੈਨੂੰ ਕਿੰਨੀ ਵਾਰੀ ਵੀਡੀਓ ਕਾਲ ਵੀ ਕੀਤੀ ਆ, ਪਰ ਅੱਜ ਤੱਕ ਕਦੇ ਤੁਸੀਂ ਮੇਰੇ ਹੱਥਾਂ ਤੇ ਬਣੇ ਦਾਗ ਦੇਖ ਕੇ ਕੋਈ ਗੱਲ ਨਹੀਂ ਕੀਤੀ। ਪਰ ਅੱਜ ਮੈਨੂੰ ਆਪਣੇ ਸਾਹਮਣੇ ਦੇਖ ਕੇ ਤੁਸੀਂ ਤਾਂ ਐਵੇਂ ਰਿਐਕਟ ਕਰ ਰਹੇ ਹੋ ਜਿਵੇਂ ਮੈਂ ਕੋਈ ਤੁਹਾਡੇ ਤੋਂ ਚੋਰੀ ਕੀਤੀ ਹੋਵੇ। ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਵੀ ਇੰਨਾ ਛੋਟੀਆਂ-ਮੋਟੀਆਂ ਗੱਲਾਂ 'ਚ ਯਕੀਨ ਰੱਖਦੇ ਹੋ। ਸੰਨੀ, ਤੁਹਾਡੇ ਲਈ ਇਹ ਛੋਟੀ ਮੋਟੀ ਗੱਲ ਹੋਊ, ਪਰ ਮੇਰੇ ਲਈ ਨਹੀਂ ਹੈ ਨਾ। ਮੈਂ ਜਦ ਕੱਲ 4 ਲੋਕਾਂ ਦੇ ਸਾਹਮਣੇ ਜਦ ਤੇਰਾ ਹੱਥ ਫੜ ਕੇ ਤੁਰਿਆ ਕਰੂੰ, ਕਿੰਨਾ ਅਜੀਬ ਲੱਗੇਗਾ। ਇਹ ਸਭ ਤੁਸੀਂ ਸੋਚਿਆ ਹੈ? ਨਾਲੇ ਉਹ ਮੇਰੀ ਤਾਈ, ਉਸਨੇ ਗੱਲਾਂ ਸੁਣਾ ਕੇ ਸਾਰੀ ਉਮਰ ਮੇਰਾ ਜੀਣਾ ਦੁਰਭਰ ਕਰ ਦੇਣਾ। ਜੋਬਨ, ਨਾ ਤੁਸੀਂ ਜਦ ਮੇਰੀ ਤਸਵੀਰ ਦੇਖ ਕੇ ਮੈਨੂੰ ਪਸੰਦ ਕੀਤਾ ਸੀ, ਉਦੋਂ ਨਹੀਂ ਤੁਹਾਨੂੰ ਇਹਨਾਂ ਲੋਕਾਂ ਦਾ ਖਿਆਲ ਨਹੀਂ ਆਇਆ? ਹੋਰ ਲੋਕਾਂ ਦਾ ਤਾਂ ਕੰਮ ਹੀ ਦੇਖਣਾ ਤੇ ਗੱਲਾਂ ਕਰਨਾ। ਵੈਸੇ ਵੀ ਬੇਬੇ ਕਹਿੰਦੀ ਆ, ਕਿਸੇ ਦੇ 100 ਗੁਣਾਂ ਨੂੰ ਛੱਡ ਕੇ ਇੱਕ ਔਗਣ ਨੂੰ ਨਹੀਂ ਤੱਕੀਦਾ। ਮੇਰੇ ਸਿਰਫ ਹੱਥਾਂ ਪੈਰਾਂ ਤੇ ਹੀ ਨਿਸ਼ਾਨ ਹਨ, ਜਾਂ ਫਿਰ ਆ ਗਰਦਨ ਤੇ, ਚਿਹਰੇ ਉੱਤੇ ਤਾਂ ਨਹੀਂ ਹਨ। ਸੰਨੀ, ਉਹ ਸਭ ਮੈਨੂੰ ਨਹੀਂ ਪਤਾ, ਵੈਸੇ ਵੀ ਇਹ ਫੁਲਵੈਰੀ ਸਰੀਰ ਤੇ ਫੈਲਦੀ ਰਹਿੰਦੀ ਹੈ। ਤੁਸੀਂ ਇੱਕ ਕੰਮ ਕਰੋ, ਆਪਣੀ ਕਮੀਜ਼ ਉਤਾਰੋ, ਮੈਂ ਦੇਖਣਾ ਹੈ। ਤੁਸੀਂ ਮੈਨੂੰ ਕਿਤੇ ਝੂਠ ਤਾਂ ਨਹੀਂ ਬੋਲ ਰਹੇ? ਉਸ ਦੀ ਇਹ ਗੱਲ ਸੁਣ ਕੇ ਜੋਬਨ ਨੂੰ ਬਹੁਤ ਗੁੱਸਾ ਆਇਆ। ਉਸ ਦਾ ਦਿਲ ਤਾਂ ਕਰ ਰਿਹਾ ਸੀ ਮਾਰ-ਮਾਰ ਚਪੇੜਾਂ ਉਸ ਦਾ ਮੂੰਹ ਭੰਨ ਦੇਵੇ, ਪਰ ਆਪਣਾ ਗੁੱਸਾ ਪੀਂਦੇ ਹੋਏ ਉਹ ਕਹਿਣ ਲੱਗੀ, ਮਾफ़ ਕਰਨਾ ਜਨਾਬ, ਮੇਰੇ ਮਾਪਿਆਂ ਨੇ ਮੈਨੂੰ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਜੋ ਮੈਂ ਆਪਣੇ ਕੱਪੜੇ ਤੇਰੇ ਵਰਗੇ ਜਣੇ ਖਣੇ ਦੇ ਅੱਗੇ ਉਤਾਰਦੀ ਫਿਰਾਂ। ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਰੱਬ ਨਾ ਕਰੇ ਕੱਲ ਨੂੰ ਜੇ ਇਹੋ ਜਿਹੀ ਗੱਲ ਤੁਹਾਡੀ ਭੈਣ ਨਾਲ ਹੋ ਗਈ ਤੇ ਕੋਈ ਤੁਹਾਡੀ ਭੈਣ ਨੂੰ ਰਿਸ਼ਤਾ ਕਰਨ ਵੇਲੇ ਇਹੀ ਸਭ ਕਹੇਗਾ ਤਾਂ ਤੁਸੀਂ ਕੀ ਕਰੋਗੇ? ਉਸ ਦੀ ਗੱਲ ਸੁਣ ਕੇ ਸੰਨੀ ਗੁੱਸੇ ਨਾਲ ਉਸ ਦੇ ਵੱਲ ਦੇਖਣ ਲੱਗਾ। ਉਸ ਨੂੰ ਗੁੱਸੇ ਨਾਲ ਆਪਣੇ ਵੱਲ ਦੇਖਦੇ ਹੋਏ ਦੇਖ ਕੇ ਜੋਬਨ ਕਹਿਣ ਲੱਗੀ, ਤੁਸੀਂ ਸ਼ਾਇਦ ਗਲਤ ਘਰ ਆ ਗਏ ਹੋ। ਇੱਥੇ ਇੱਕ ਸ਼ਰੀਫ ਤੇ ਇੱਜ਼ਤਦਾਰ ਪਰਿਵਾਰ ਵਸਦਾ ਏ। ਮਾफ़ ਕਰਨਾ ਜੀ, ਤੁਸੀਂ ਜਾ ਸਕਦੇ ਹੋ, ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ। ਉਸ ਦੀ ਇਹ ਗੱਲ ਸੁਣ ਕੇ ਸੰਨੀ ਗੁੱਸੇ 'ਚ ਉੱਠਿਆ ਤੇ ਕਹਿਣ ਲੱਗਾ, ਸਾਲੀ ਪੜ੍ਹੀ ਲਿਖੀ ਗਵਾਰ, ਪਤਾ ਨਹੀਂ ਕਿਹੜੇ ਜ਼ਮਾਨੇ 'ਚ ਜਿਉਂਦੀ ਹੈ।
ਫਿਰ ਸੰਨੀ ਬਾਹਰ ਆ ਕੇ ਕਹਿਣ ਲੱਗਾ, ਚਲੋ ਮੰਮਾ ਮੈਂ ਨਹੀਂ ਇੱਥੇ ਰਿਸ਼ਤਾ ਕਰਾਉਣਾ। ਚਰਨੋ, ਪਰ ਪੁੱਤ ਗੱਲ ਕੀ ਹੋਈ ਆ? ਚੰਗੀ ਭਲੀ ਕੁੜੀ ਆ, ਇੰਨਾ ਵਧੀਆ ਪਰਿਵਾਰ ਆ। ਬਚਨ, ਪਰ ਕਾਕਾ ਜੀ ਗੱਲ ਕੀ ਹੋਈ ਆ? ਹੁਣੇ ਤਾਂ ਸਭ ਕੁਝ ਠੀਕ ਸੀ। ਸੰਨੀ, ਇਹ ਤੁਸੀਂ ਜਾ ਕੇ ਆਪਣੀ ਧੀ ਕੋਲੋਂ ਹੀ ਪੁੱਛੋ। ਮੰਮਾ ਤੁਸੀਂ ਆਉਣਾ ਜਾਂ ਮੈਂ ਇਕੱਲੇ ਹੀ ਘਰ ਨੂੰ ਜਾਵਾਂ, ਕਹਿ ਕੇ ਗੁੱਸੇ 'ਚ ਘਰੋਂ ਬਾਹਰ ਨਿਕਲ ਗਿਆ। ਚਰਨੋ, ਭਰਾ ਜੀ ਤੁਸੀਂ ਫਿਕਰ ਨਾ ਕਰਨਾ, ਅਸੀਂ ਘਰ ਜਾ ਕੇ ਉਹਨੂੰ ਮਨਾ ਲਵਾਂਗੇ। ਸਾਡੇ ਵੱਲੋਂ ਤਾਂ ਇਹ ਰਿਸ਼ਤਾ ਤੁਸੀਂ ਪੱਕਾ ਹੀ ਸਮਝੋ, ਕਹਿ ਕੇ ਦੋਵੇਂ ਜੀ ਘਰੋਂ ਬਾਹਰ ਚਲੇ ਗਏ। ਉਹਨਾਂ ਦੇ ਜਾਣ ਤੋਂ ਕੁਝ ਦੇਰ ਬਾਅਦ ਵਿਚੋਲਾ ਵੀ ਚਲਾ ਗਿਆ। ਫਿਰ ਕਰਮੋ ਆਪਣੀ ਧੀ ਜੋਬਨ ਕੋਲ ਅੰਦਰ ਕਮਰੇ 'ਚ ਆ ਕੇ ਕਹਿਣ ਲੱਗੀ, ਕੀ ਹੋਇਆ ਧੀਏ, ਤੂੰ ਰੋ ਕਿਉਂ ਰਹੀ ਐ? ਕੀ ਗੱਲ ਹੋਈ ਸੀ ਤੇਰੀ ਉਸ ਮੁੰਡੇ ਨਾਲ ਜੋ ਇੰਨਾ ਗੁੱਸੇ ਨਾਲ ਘਰੋਂ ਬਾਹਰ ਨਿਕਲਿਆ? ਫਿਰ ਜੋਬਨ ਰੋਂਦੀ ਹੋਈ ਆਪਣੀ ਮੰਮੀ ਦੇ ਗਲ ਨਾਲ ਲੱਗ ਗਈ ਤੇ ਕਹਿਣ ਲੱਗੀ, ਬੇਬੇ ਮੈਨੂੰ ਤਾਂ ਲੱਗਦਾ ਇਹ ਦਾਗ ਮੇਰੇ ਸੁਪਨਿਆਂ ਦੇ ਕਾਤਲ ਬਣਦੇ ਜਾ ਰਹੇ ਆ। ਜੋ ਵੀ ਮੈਨੂੰ ਦੇਖਣ ਆਉਂਦਾ ਇਹਨਾਂ ਦਾਗਾਂ ਧੱਬਿਆਂ ਦੇ ਕਰਕੇ ਮੈਨੂੰ ਨਾ ਕਰਕੇ ਚਲਾ ਜਾਂਦਾ। ਚਲੋ ਕੋਈ ਗੱਲ ਨਹੀਂ, ਪਰ ਅੱਜ ਤਾਂ ਹੱਦ ਹੀ ਹੋ ਗਈ। ਉਹ ਮੁੰਡਾ ਪਤਾ ਮੈਨੂੰ ਕੀ ਕਹਿ ਰਿਹਾ ਸੀ, ਆਪਣਾ ਕਮੀਜ਼ ਉਤਾਰ ਕੇ ਦਿਖਾ, ਮੈਂ ਦੇਖਣਾ ਤੇਰੇ ਸਰੀਰ ਤੇ ਕਿਤੇ ਹੋਰ ਵੀ ਜਗ੍ਹਾ ਦਾਗ ਆ ਤਾਂ ਨਹੀਂ। ਇਸ ਤੇ ਕਰਮੋ ਗੁੱਸੇ 'ਚ ਆ ਕੇ ਕਹਿਣ ਲੱਗੀ, ਤੂੰ ਮਾਰ ਕੇ ਥੱਪੜ ਉਸੇ ਟਾਈਮ ਉਸਦਾ ਬੂਥਾ ਕਿਉਂ ਨਹੀਂ ਭੰਨਿਆ ਧੀਏ? ਜੋਬਨ, ਬੇਬੇ ਮਨ ਤਾਂ ਮੇਰਾ ਵੀ ਕਰਦਾ ਸੀ ਇਹੀ ਕਰਾਂ, ਪਰ ਤੁਸੀਂ ਕਹਿੰਦੇ ਹੋ ਨਾ ਘਰ ਆਏ ਮਹਿਮਾਨ ਦੀ ਇੱਜ਼ਤ ਕਰੀਦੀ ਆ, ਬਸ ਇਹੀ ਸੋਚ ਕੇ ਮੈਂ ਚੁੱਪ ਹੋ ਗਈ। ਨਾਲੇ ਉਹ ਦਾਜ 'ਚ ਕਿੰਨਾ ਕੁਝ ਮੰਗ ਰਹੇ ਨੇ ਬਾਪੂ ਜੀ, ਕਿੱਥੋਂ ਦੇਣਗੇ? ਹਾਲੇ ਤਾਂ ਮੇਰੀਆਂ 2 ਛੋਟੀਆਂ ਭੈਣਾਂ ਵਿਆਹੁਣੀਆਂ ਨੇ। ਇੰਨੇ ਨੂੰ ਬਚਨਾ ਅੰਦਰ ਆਉਂਦੇ ਹੋਏ ਕਹਿਣ ਲੱਗਾ, ਧੀਏ ਇਹ ਤਾਂ ਰੀਤ ਮੁੱਢੋਂ ਹੀ ਤੁਰੀ ਆਈ ਐ। ਮਾਂ-ਬਾਪ ਆਪਣੀਆਂ ਧੀਆਂ ਲਈ ਇੰਨਾ ਕੁਝ ਤਾਂ ਕਰਦੇ ਹੀ ਹੁੰਦੇ ਆ। ਤੂੰ ਫਿਕਰ ਨਾ ਕਰ, ਮੈਂ ਆਪੇ ਕੁਝ ਨਾ ਕੁਝ ਕਰ ਲਵਾਂਗਾ। ਜੋਬਨ, ਬਾਪੂ ਜੀ ਮੰਨਿਆ ਮਾਂ-ਬਾਪ ਆਪਣੀ ਧੀਆਂ ਲਈ ਕਰਦੇ ਹੁੰਦੇ ਆ, ਪਰ ਇਹ ਕਿਹੋ ਜਿਹੇ ਰਿਵਾਜ ਆ? ਕੱਲੇ ਨੂੰ ਛਾਪਾਂ ਵਾਲੀਆਂ ਕੜਾ, ਮੋਟਰਸਾਈਕਲ, ਇਹ ਸਭ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ? ਆਪਣੀ ਤਾਂ ਸਾਰੀ ਉਮਰ ਤੁਸੀਂ ਆਹ ਸਾਈਕਲ ਤੇ ਹੀ ਕੱਢ ਦਿੱਤੀ। ਨਾਲੇ ਸਾਡੇ ਕੋਲ ਹੈ ਕੀ ਆਹ ਮਸਾਂ ਆਹ 2 ਕਮਰਿਆਂ ਦਾ ਘਰ ਜਾ, ਮਾੜੀ ਮੋਟੀ ਉਹ ਪੈਲੀ ਸੀ ਜੋ ਤੁਸੀਂ ਮੈਨੂੰ ਪੜਾਉਣ ਲਈ ਲੰਬੜਦਾਰ ਨੂੰ ਗਿਰਵੀ ਰੱਖ ਦਿੱਤੀ ਆ। ਸਾਰੀ ਉਮਰ ਮਿਹਨਤ ਮਜ਼ਦੂਰੀ ਕਰਦਿਆਂ ਦੀ ਤੁਹਾਡੀ ਪਿੱਠ 'ਚ ਵੀ ਕੁੱਬ ਪੈ ਗਿਆ, ਤੇ ਹੁਣ ਮੇਰੇ ਵਿਆਹ ਤੇ ਇੰਨਾ ਖਰਚਾ ਕਰਕੇ ਕਿਉਂ ਸਾਰੀ ਉਮਰ ਲਈ ਤੁਸੀਂ ਥੱਲੇ ਲੱਗਣਾ ਚਾਹੁੰਦੇ ਹੋ? ਮੈਂ ਨਹੀਂ ਅਜਿਹਾ ਵਿਆਹ ਕਰਾਉਣਾ ਜੋ ਮੇਰੀ ਬਾਪੂ ਨੂੰ ਸਾਰੀ ਉਮਰ ਲਈ ਕਰਜ਼ਾਈ ਕਰ ਜਾਵੇ। ਇੰਨਾ ਕਹਿ ਕੇ ਜੋਬਨ ਉੱਠ ਕੇ ਬਾਹਰ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਕਰਮੋ ਕਹਿਣ ਲੱਗੀ, ਗੱਲ ਤਾਂ ਜੀ ਆਪਣੀ ਧੀ ਦੀ ਵੀ ਠੀਕ ਆ। ਇਸ ਤੋਂ ਬਾਅਦ ਹਾਲੇ 2 ਧੀਆਂ ਦੇ ਕਾਜ ਕਰਨੇ ਆ। ਇੱਕ ਵਾਰੀ ਸਾਰਾ ਕੁਝ ਧੀ ਤੇ ਲੁਟਾ ਦਿਆਂਗੇ ਤਾਂ ਉਹਨਾਂ ਬੱਚਿਆਂ ਵਾਰੀ ਕੀ ਕਰਾਂਗੇ? ਕਿਸ ਦੇ ਹੱਥ ਵੱਲ ਝਾਕਾਂਗੇ? ਨਾਲੇ ਦੂਜੀ ਗੱਲ, ਉਹ ਮੁੰਡਾ ਮੈਨੂੰ ਸਾਡੀ ਦੇ ਲਾਇਕ ਨਹੀਂ ਲੱਗਦਾ। ਬਚਨਾ, ਕਿਉਂ ਕਰਮੋ ਅਜਿਹਾ ਕੀ ਦੇਖ ਲਿਆ ਤੂੰ? ਉਸ ਦੇ ਵਿੱਚ ਚੰਗਾ ਭਲਾ ਤਾਂ ਹੈ। ਕਰਮੋ ਤੁਸੀਂ ਕੰਨ ਕਰੋ ਇੱਧਰ ਨੂੰ ਤੁਹਾਨੂੰ ਦੱਸਾਂ। ਫਿਰ ਉਸਨੇ ਜੋਬਨ ਤੇ ਉਸ ਮੁੰਡੇ ਦੀ ਹੋਈ ਗੱਲਬਾਤ ਬਚਨੇ ਨੂੰ ਦੱਸੀ ਤਾਂ ਉਹ ਗੁੱਸੇ ਹੁੰਦਾ ਹੋਇਆ ਕਹਿਣ ਲੱਗਾ, ਨਾ ਤੁਸੀਂ ਇਹ ਗੱਲ ਉਹਨਾਂ ਦੇ ਹੁੰਦਿਆਂ ਮੈਨੂੰ ਕਿਉਂ ਨਹੀਂ ਦੱਸੀ? ਸਾਲੀ ਲੋਕਾਂ ਨੇ ਸ਼ਰਮ ਹੀ ਲਾ ਛੱਡੀ ਆ। ਓਏ ਧੀਆਂ ਭੈਣਾਂ ਤਾਂ ਸਭ ਦੇ ਘਰ ਹੁੰਦੀਆਂ। ਫਿਰ ਉਹ ਸਾਲਾ ਕੱਲ ਦਾ ਜਵਾਕ ਇੰਨੀ ਵੱਡੀ ਗੱਲ ਕਿਵੇਂ ਕਹਿ ਗਿਆ? ਆ ਲੈਣ ਦੇ ਮਦਨ ਵਿਚੋਲੇ ਨੂੰ, ਇਹ ਸਾਲਾ ਮੇਰੇ ਤੋਂ ਘਸੁੰਨ ਖਾ ਕੇ ਨਾ ਗਿਆ ਤਾਂ ਮੈਨੂੰ ਕਹੀਂ। ਕਰਮੋ, ਛੱਡੋ ਜੀ, ਰਹਿਣ ਦਿਓ, ਦਫਾ ਕਰੋ। ਚਿੱਕੜ 'ਚ ਪੱਥਰ ਮਾਰੋਗੇ ਤਾਂ ਆਪਣੇ ਤੇ ਵੀ ਛਿੱਟੇ ਪੈਣਗੇ। ਬਚਨਾ, ਕਰਮੋ ਪਤਾ ਨਹੀਂ ਰੱਬ ਨੇ ਮੇਰੀ ਧੀ ਦੇ ਕਰਮਾਂ 'ਚ ਕੀ ਲਿਖਿਆ। ਇਹਦੇ ਨਾਲ ਦੀਆਂ ਸਭ ਕੁੜੀਆਂ ਸਹੁਰੇ ਘਰ ਵਾਲੀਆਂ ਹੋ ਗਈਆਂ ਨੇ, ਪਰ ਇਹ ਵਿਚਾਰੀ ਹਾਲੇ ਵੀ ਆਪਣੇ ਘਰ ਬੈਠੀ ਆ। ਮੰਨਿਆ ਆਪਣੀ ਧੀ ਬਹੁਤ ਲਾਇਕ ਤੇ ਸਮਝਦਾਰ ਹੈ, ਪਰ ਕਦੇ ਵੀ ਉਸਨੇ ਮੂੰਹੋਂ ਬੋਲ ਕੇ ਆਪਣਾ ਦੁੱਖ ਨਹੀਂ ਦੱਸਣਾ। ਪਰ ਮੈਂ ਵੀ ਉਸ ਦਾ ਬਾਪ ਆ। ਹਰ ਵਾਰੀ ਰਿਸ਼ਤੇ ਵਾਲੇ ਮਨਾ ਕਰ ਜਾਂਦੇ ਆ। ਉੱਤੋਂ ਪਿੰਡ ਵਾਲਿਆਂ ਦੀਆਂ ਤਰ੍ਹਾਂ ਦੀਆਂ ਗੱਲਾਂ ਮੈਂ ਕਿਵੇਂ ਸੁਣਦਾ? ਇਹ ਸਭ ਤਾਂ ਮੈਂ ਹੀ ਜਾਣਦਾ, ਕਹਿ ਕੇ ਆਪਣੀਆਂ ਅੱਖਾਂ ਭਰ ਲਈਆਂ। ਕਰਮੋ, ਲੈ ਜੋਬਨ ਦੇ ਬਾਪੂ ਜੀ, ਤੁਸੀਂ ਹੀ ਇਦਾਂ ਚਿੱਤ ਹੌਲਾ ਕਰੋਗੇ ਤਾਂ ਸਾਨੂੰ ਸਭ ਨੂੰ ਕੌਣ ਸਾਂਭੇਗਾ? ਮੈਂ ਤਾਂ ਸਵੇਰੇ ਸ਼ਾਮੀ ਜਦ ਵੀ ਗੁਰੂ ਘਰ ਜਾਂਦੀ ਆ ਨਾ ਆਪਣੀ ਧੀ ਲਈ ਚੰਗਾ ਤੇ ਲਾਇਕ ਵਰ ਬਾਬਾ ਜੀ ਕੋਲ ਹੀ ਮੰਗਦੀ ਆ। ਮੈਨੂੰ ਗੁਰੂ ਮਹਾਰਾਜ ਤੇ ਪੂਰਾ ਭਰੋਸਾ, ਉਹਨਾਂ ਨੇ ਜ਼ਰੂਰ ਸਾਡੀ ਧੀ ਲਈ ਕੁਝ ਚੰਗਾ ਹੀ ਸੋਚਿਆ।
ਸ਼ਾਮ ਨੂੰ ਜੋਬਨ ਜਦ ਬੱਚਿਆਂ ਨੂੰ ਬੈਠੀ ਟਿਊਸ਼ਨ ਪੜ੍ਹਾ ਰਹੀ ਸੀ, ਉਸ ਦੀ ਸਹੇਲੀ ਦਿਲਜੋਤ, ਜੋ ਕਿ ਪਿੰਡ ਦੇ ਲੰਬੜਦਾਰ ਦੀ ਧੀ ਸੀ, ਆਪਣੇ ਭਰਾ ਦੇ ਵਿਆਹ ਦਾ ਕਾਰਡ ਦੇਣ ਉਸ ਨੂੰ ਆਈ ਸੀ। ਜੋਬਨ ਉਸ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ, ਨੀ ਜੋਤ, ਇਹ ਤਾਂ ਦੱਸ ਬਰਾਤ ਕਿਹੜੇ ਪਿੰਡ ਜਾਣੀ ਆ? ਜੋਤ, ਅੜੀਏ ਬਰਾਤ ਪਿੰਡ ਨਹੀਂ, ਸ਼ਹਿਰ ਪੈਲਸ 'ਚ ਜਾਣੀ ਆ। ਤੈਨੂੰ ਦੱਸਿਆ ਸੀ ਨਾ, ਮੇਰੀ ਭਾਬੀ ਬਾਹਰੋਂ ਆ ਰਹੀ ਐ। ਤੂੰ ਨਾ ਇੱਕ ਕੰਮ ਕਰੀ, ਵਿਆਹ ਤੇ ਸੋਹਣੀ ਜਿਹੀ ਬਣ ਕੇ ਤਿਆਰ ਹੋ ਕੇ ਆਈ। ਕੀ ਪਤਾ ਕੋਈ ਬਾਹਰ ਵਾਲਾ ਮੁੰਡਾ ਹੀ ਤੈਨੂੰ ਪਸੰਦ ਕਰ ਲਵੇ। ਜੋਬਨ, ਲੈ ਮੈਨੂੰ ਤਾਂ ਇੱਥੇ ਵਾਲਾ ਨਹੀਂ ਕੋਈ ਪਸੰਦ ਕਰਦਾ, ਬਾਹਰ ਵਾਲਾ ਤਾਂ ਬਹੁਤ ਦੂਰ ਦੀ ਗੱਲ ਐ। ਤੈਨੂੰ ਪਤਾ ਅੱਜ ਜੋ ਮੁੰਡਾ ਮੈਨੂੰ ਦੇਖਣ ਆਇਆ ਸੀ ਨਾ, ਉਹ ਵੀ ਮਨਾ ਕਰ ਗਿਆ। ਜੋਤ, ਹਾਏ ਸੱਚੀ ਯਾਰ, ਰੱਬ ਨੂੰ ਵੀ ਪਤਾ ਨਹੀਂ ਕੀ ਮਨਜ਼ੂਰ ਆ। ਤੈਨੂੰ ਪਤਾ ਨਾਜਰ ਕਿਆਂ ਦਾ ਮੁੰਡਾ ਦੂਜਾ ਵਿਆਹ ਕਰਵਾ ਕੇ ਨਵੀਂ ਵਹੁਟੀ ਵੀ ਘਰ ਲੈ ਆਇਆ। ਇਹ ਰੱਬ ਵੀ ਨਾ ਪਤਾ ਨਹੀਂ ਕਿਹੋ ਜਿਹੇ ਖੇਡ ਖੇਡਦਾ। ਕਈਆਂ ਦਾ ਤਾਂ ਇੱਕ ਵੀ ਵਿਆਹ ਨਹੀਂ ਹੁੰਦਾ ਤੇ ਕਈਆਂ ਦੇ 2-3 ਹੋ ਜਾਂਦੇ ਆ, ਪਰ ਲੋਕਾਂ ਨੂੰ ਫਿਰ ਵੀ ਸਬਰ ਨਹੀਂ। ਜੋਬਨ, ਸਭ ਕਿਸਮਤ ਦੀਆਂ ਗੱਲਾਂ ਅੜੀਏ। ਬਾਕੀ ਤੂੰ ਦੱਸ, ਵਿਆਹ ਤੇ ਪਾਉਣ ਲਈ ਸੂਟ ਬਣਵਾ ਲਿਆ ਕਿ ਨਹੀਂ? ਜੋਤ, ਲੈ ਹਾਲੇ ਕਿੱਥੇ, ਦੇਖ ਮੈਂ ਤੇਰੇ ਕੋਲ ਆਪਣੇ ਸੂਟ ਲੈ ਕੇ ਆਈ ਆ ਸਿਲਾਈ ਕਰਵਾਉਣ ਲਈ। ਸੂਟਾਂ ਵਾਲਾ ਲਿਫਾਫਾ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ, ਆ ਹੁਣ ਤੂੰ ਹੀ ਤਿਆਰ ਕਰਨੇ ਆ, ਉਹ ਵੀ ਵਿਆਹ ਤੋਂ 3 ਦਿਨ ਪਹਿਲਾਂ। ਜੋਬਨ, ਪਤਾ ਮੇਰਾ ਦਿਲ ਕੀ ਕਹਿੰਦਾ ਹੈ? ਜੋਬਨ, ਕੀ ਕਹਿੰਦਾ? ਜੋਤ, ਮੇਰਾ ਦਿਲ ਕਹਿੰਦਾ ਕਿ ਇਸ ਵਿਆਹ ਤੇ ਨਾ ਤੇਰੇ ਸੁਪਨਿਆਂ ਦੇ ਰਾਜਕੁਮਾਰ ਜ਼ਰੂਰ ਮਿਲ ਜਾਣਾ। ਜੋਬਨ, ਹਾਂ, ਸੁਪਨੇ ਦੇਖਣ ਤੇ ਕਿਹੜਾ ਕੋਈ ਟੈਕਸ ਲੱਗਦਾ, ਜਿੰਨੇ ਮਰਜ਼ੀ ਦੇਖ ਲਓ। ਜੋਤ, ਚੱਲ ਚੰਗਾ, ਮੈਂ ਫਿਰ ਹੁਣ ਚੱਲਦੀ ਆ। ਜੋਬਨ, ਅੜੀਏ ਚਾਹ ਤਾਂ ਪੀ ਜਾਂਦੀ ਹੁਣ। ਜੋਤ, ਫਿਰ ਕਦੇ ਸਹੀ, ਹਾਲੇ ਘਰ ਬਹੁਤ ਕੰਮ ਪਏ ਨੇ ਕਰਨ ਵਾਲੇ। ਅੱਜ ਜਦ ਕਾਰਡ ਛਪ ਕੇ ਆਏ ਤਾਂ ਮੈਂ ਤਾਂ ਪਹਿਲਾਂ ਕਾਰਡ ਕਾਹਲੀ ਕਾਹਲੀ 'ਚ ਤੈਨੂੰ ਦੇਣ ਲਈ ਆਈ ਆ। ਚੱਲ ਚੰਗਾ, ਮੈਂ ਹੁਣ ਚੱਲਦੀ ਆ, ਤੂੰ ਆਪਣੀ ਵੀ ਤਿਆਰੀ ਰੱਖੀ। ਵਿਆਹ ਤੋਂ 3 ਦਿਨ ਪਹਿਲਾਂ ਹੀ ਤੂੰ ਮੇਰੇ ਕੋਲ ਆ ਜਾਈਂ, ਆਪਾਂ ਮਿਲ ਕੇ ਬਹੁਤ ਸਾਰੀ ਮੌਜ ਮਸਤੀ ਕਰਾਂਗੀਆਂ। ਜੋਬਨ, ਕੋਈ ਗੱਲ ਨਹੀਂ, ਮੈਂ ਆ ਜਾਵਾਂਗੀ। ਫਿਰ ਜੋਤ ਆਪਣੀ ਐਕਟਿਵਾ ਤੇ ਬੈਠ ਕੇ ਆਪਣੇ ਘਰ ਵੱਲ ਨੂੰ ਚੱਲ ਪਈ। ਬੱਚਿਆਂ ਨੂੰ ਟਿਊਸ਼ਨ ਤੋਂ ਫ੍ਰੀ ਕਰਕੇ ਫਿਰ ਜੋਬਨ ਆਪਣੀਆਂ ਭੈਣਾਂ ਨੂੰ ਪੜ੍ਹਾਉਣ ਤੋਂ ਬਾਅਦ ਆਪਣੀ ਬੇਬੇ ਨਾਲ ਰਾਤ ਦੀ ਰੋਟੀ ਦੀ ਤਿਆਰੀ ਕਰਨ ਲੱਗ ਪਈ। ਰੋਟੀ ਬਣਾਉਂਦੇ ਹੋਏ ਜੋਬਨ ਆਪਣੀ ਬੇਬੇ ਨੂੰ ਕਹਿਣ ਲੱਗੀ, ਬੇਬੇ, ਜੋਤ ਦੇ ਭਰਾ ਦਾ ਵਿਆਹ ਆ ਗਿਆ। ਇਸ ਮਹੀਨੇ ਦੇ ਆਖਰ 'ਚ ਜੋਤ ਅੱਜ ਕਾਰਡ ਲੈ ਕੇ ਆਈ ਸੀ ਤੇ ਕਹਿੰਦੀ ਸੀ ਤੂੰ ਮੇਰੇ ਕੋਲ ਵਿਆਹ ਤੋਂ 3 ਦਿਨ ਪਹਿਲਾਂ ਹੀ ਆ ਜਾਈਂ। ਉਸ ਦੀ ਗੱਲ ਸੁਣ ਕੇ ਬੇਬੇ ਕਹਿਣ ਲੱਗੀ, ਕੋਈ ਗੱਲ ਨਹੀਂ ਧੀਏ, ਚਲੀ ਜਾਈਂ। ਆਹੀ ਤਾਂ 4 ਦਿਨ ਆ ਤੁਹਾਡੇ ਹੱਸਣ ਖੇਡਣ ਦੇ। ਕੱਲ ਨੂੰ ਜਦ ਵਿਆਹੀਆਂ ਗਈਆਂ ਫਿਰ ਕੀ ਪਤਾ ਅਗਲਿਆਂ ਦਾ ਕਿਤੇ ਆਉਣ ਜਾਣ ਦੇਣ ਜਾਂ ਨਹੀਂ। ਰੋਟੀ ਬਣਾਉਣ ਤੋਂ ਬਾਅਦ ਜੋਬਨ ਨੇ ਰੋਟੀ ਪਕਾ ਕੇ ਆਪਣੇ ਬਾਪੂ ਨੂੰ ਦਿੱਤੀ ਤੇ ਫਿਰ ਆਪਣੀਆਂ ਭੈਣਾਂ ਨੂੰ ਫੜਾਈ। ਸਾਰਿਆਂ ਦੇ ਰੋਟੀ ਖਾਣ ਤੋਂ ਬਾਅਦ ਆਪਣੀ ਬੇਬੇ ਨਾਲ ਬੈਠ ਕੇ ਉਹ ਵੀ ਰੋਟੀ ਖਾਣ ਲੱਗ ਪਈ। ਇਦਾਂ ਹੀ ਦਿਨ ਬੀਤਣ ਲੱਗੇ। ਜੋਬਨ ਨੇ ਆਪਣੇ ਤੇ ਜੋਤ ਦੇ ਸੂਟ ਸਿਲਾਈ ਕਰਕੇ ਵੀ ਤਿਆਰ ਕਰ ਲਏ ਸੀ। ਅੱਜ ਜੋਤ ਆਪਣੇ ਸੂਟ ਪਾ ਕੇ ਚੈੱਕ ਕਰਨ ਲਈ ਜੋਬਨ ਦੇ ਘਰ ਆਈ ਸੀ। ਉਸ ਦੇ ਨਾਲ ਉਸ ਦੀ ਮਾਮੀ ਸੁਰਿੰਦਰ ਕੌਰ ਵੀ ਸੀ। ਜੋਤ ਆਪਣੀ ਮਾਮੀ ਨੂੰ ਬਚਨੋਂ ਤਾਈ ਕੋਲ ਬਿਠਾ ਕੇ ਆਪ ਅੰਦਰ ਜੋਬਨ ਦੇ ਕੋਲ ਚਲੀ ਗਈ। ਜੋਬਨ ਅੰਦਰ ਬੈਠੀ ਸੂਟ ਸਿਲਾਈ ਕਰ ਰਹੀ ਸੀ। ਜੋਤ ਆ ਕੇ ਉਸ ਨੂੰ ਪਿੱਛੋਂ ਜੱਫੀ ਪਾ ਕੇ ਕਹਿਣ ਲੱਗੀ, ਨੀ ਤੂੰ ਮੈਨੂੰ ਕਹਿੰਦੀ ਸੀ ਮੇਰੇ ਸੂਟ ਤਿਆਰ ਹੋ ਗਏ ਆ ਤਾਂ ਹਾਲੇ ਵੀ ਤੂੰ ਲੈ ਕੇ ਬੈਠੀ ਹੈ। ਜੇ ਇਹੀ ਹਿਸਾਬ ਨਾਲ ਤੂੰ ਸਿਲਾਈ ਕਰਦੀ ਰਹੀ ਨਾ ਤਾਂ ਮੈਂ ਤਾਂ ਦੇਖ ਲਿਆ ਫਿਰ ਵਿਆਹ। ਜੋਬਨ, ਆ ਜਾ ਅੜੀਏ, 2 ਘੜੀ ਬੈਠ ਵੀ ਜਾਇਆ ਕਰ ਆਰਾਮ ਨਾਲ। ਹਰ ਵੇਲੇ ਘੋੜੇ ਤੇ ਸਵਾਰ ਰਹਿੰਦੀ ਐ, ਬਸ ਤਿਆਰੀ ਹੀ ਆ 2 ਕੁ ਸਿਲਾਈਆਂ ਮਾਰਨ ਵਾਲੀਆਂ ਰਹਿੰਦੀਆਂ ਸਨ। ਲੈ ਫੜ, ਹੋ ਗਿਆ ਤਿਆਰ ਸੂਟ। ਮਸ਼ੀਨ ਤੋਂ ਲਾ ਕੇ ਉਸ ਨੂੰ ਝਾੜ ਕੇ ਫੜਾਉਂਦੇ ਹੋਏ ਕਹਿਣ ਲੱਗੀ, ਜਾ ਹੁਣ ਪਾ ਕੇ ਦੇਖ ਲਾ, ਕੋਈ ਕਮੀ ਪੇਸ਼ੀ ਤਾਂ ਨਹੀਂ ਰਹਿ ਗਈ। ਜੋਤ ਆਪਣਾ ਸੂਟ ਫੜ ਕੇ ਨਾਲ ਦੇ ਕਮਰੇ 'ਚ ਕੱਪੜੇ ਬਦਲਣ ਲਈ ਚਲੀ ਗਈ। ਜਦ ਉਹ ਆਪਣਾ ਸੂਟ ਪਾ ਕੇ ਆਈ ਤਾਂ ਜੋਬਨ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ, ਆਏ ਹਾਏ ਨੀ, ਤੇਰੀ ਤਾਂ ਗੱਲਬਾਤ ਹੀ ਵੱਖਰੀ ਆ, ਜਮਾਂ ਪਰੀ ਲੱਗ ਰਹੀ ਐ। ਜੋਤ, ਲੱਗਾ ਵੀ ਕਿਉਂ ਨਾ, ਆਖਰ ਵਿਆਹ ਵਾਲੇ ਮੁੰਡੇ ਦੀ ਕੱਲੀ ਕੱਲੀ ਭੈਣ ਜੋ ਹੋਈ। ਖੁਦ ਨੂੰ ਸ਼ੀਸ਼ੇ 'ਚ ਦੇਖਦੇ ਹੋਏ ਕਹਿਣ ਲੱਗੀ। ਆਪਣੇ ਸਾਰੇ ਸੂਟ ਪਾ ਕੇ ਦੇਖਣ ਤੋਂ ਬਾਅਦ ਜੋਤ ਕਹਿਣ ਲੱਗੀ, ਮੇਰੇ ਤਾਂ ਸੂਟ ਤੂੰ ਦੇਖ ਵੀ ਲਏ ਆ,
ਆਪਣੇ ਵੀ ਹੁਣ ਮੈਨੂੰ ਪਾ ਕੇ ਦਿਖਾ ਦੇ। ਜੋਬਨ ਮੈਨੂੰ ਪਤਾ ਸੀ ਤੂੰ ਇਹ ਗੱਲ ਜ਼ਰੂਰ ਕਹੇਂਗੀ, ਰੁਕ ਮੈਂ ਹੁਣੇ ਬਦਲ ਕੇ ਆਉਂਦੀ ਆ। ਕੁਝ ਦੇਰ ਬਾਅਦ ਜੋਬਨ ਵੀ ਆਪਣਾ ਸੂਟ ਪਾ ਕੇ ਜੋਤ ਨੂੰ ਆ ਕੇ ਦਿਖਾਉਂਦੇ ਹੋਏ ਕਹਿਣ ਲੱਗੀ, ਮੈਂ ਕਿਵੇਂ ਲੱਗ ਰਹੀ ਆ? ਜੋਤ, ਹਾਏ ਨੀ ਤੂੰ ਤਾਂ ਅੜੀਏ ਸੋਹਣੀ ਹੀ ਬਹੁਤ ਲੱਗ ਰਹੀ ਆ, ਆਹ ਦੇਖ ਖੁਦ ਨੂੰ ਸ਼ੀਸ਼ੇ 'ਚ, ਕਹਿ ਕੇ ਜੋਤ ਉਸ ਨੂੰ ਸ਼ੀਸ਼ੇ ਦੇਖਦੇ ਹੋਏ ਕਹਿਣ ਲੱਗੀ, ਤੂੰ ਨਾ ਪੱਕਾ ਵਿਆਹ ਤੇ ਕੋਈ ਮਾਂ ਦੇ ਪੁੱਤ ਜ਼ਰੂਰ ਪੱਟੇਂਗੀ, ਕਹਿ ਕੇ ਹੱਸਣ ਲੱਗੀ। ਜੋਬਨ, ਬਸ ਕਰ ਕਮਲੀਏ, ਮੇਰੇ ਆ ਹੱਥ ਪੈਰ ਦੇਖ ਕੇ ਲੱਗਦਾ ਤੈਨੂੰ ਕੋਈ ਮੇਰੇ ਨੇੜੇ ਵੀ ਆਉਣਾ ਹੋ ਚਾਹੇਗਾ, ਕਿਸੇ ਨੂੰ ਪੱਟਣਾ ਤਾਂ ਬਹੁਤ ਦੂਰ ਦੀ ਗੱਲ ਆ। ਜੋਤ, ਤੂੰ ਵੀ ਕਮਾਲ ਕਰਦੀ ਐ, ਮੁੰਡੇ ਨੂੰ ਪੱਟਣੇ ਲਈ ਕੁੜੀ ਦਾ ਨਖਰਾ ਹੀ ਬਹੁਤ ਹੁੰਦਾ ਹੈ ਤੇ ਤੂੰ ਤਾਂ ਸੁੱਖ ਨਾਲ ਹੈ ਹੀ ਨਖਰਿਆਂ ਪੱਟੀ। ਜੋਬਨ, ਅੱਛਾ ਜੀ, ਹੁਣ ਮੈਨੂੰ ਸੂਟ ਲਾ ਕੇ ਦੇ, ਮੈਂ ਇਸ ਨੂੰ ਓਵਰਲੌਕ ਕਰ ਦਿਆਂ, ਫਿਰ ਤੂੰ ਜਾਂਦੀ ਹੋਈ ਲੈ ਜਾਈਂ। ਆਹੋ ਲੋ ਸਰਦਾਰਨੀ ਜੀ, ਚਾਹ ਪੀਓ। ਬਚਨੋਂ ਜੋਤ ਦੀ ਮੰਮੀ ਸੁਰਿੰਦਰ ਕੋਲ ਬੈਠਦੇ ਹੋਏ ਕਹਿਣ ਲੱਗੀ। ਸੁਰਿੰਦਰ, ਲੈ ਬਚਨੋਂ, ਇਸ ਦੀ ਕੀ ਲੋੜ ਸੀ? ਬਚਨੋਂ, ਲੈ ਲੋੜ ਕਿਉਂ ਨਹੀਂ ਸੀ ਸਰਦਾਰਨੀ ਜੀ, ਆਥਣੇ ਦਾ ਵੇਲਾ ਹੈ, ਚਾਹ ਦਾ ਵੀ ਟਾਈਮ ਹੋਇਆ, ਤੁਸੀਂ ਪੀਓ। ਹੋਰ ਦੱਸੋ ਕਾਕਾ ਜੀ ਦੇ ਵਿਆਹ ਦੀਆਂ ਤਿਆਰੀਆਂ ਕਿੱਦਾਂ ਚੱਲ ਰਹੀਆਂ ਨੇ? ਸੁਰਿੰਦਰ, ਬਸ ਭੈਣੇ ਚੱਲੀ ਜਾ ਰਹੀਆਂ, ਦਿਨ ਤਾਂ ਭੱਜੇ ਆਉਂਦੇ ਆ, ਮੈਂ ਤਾਂ ਤੇਰੇ ਕੋਲ ਇੱਕ ਕੰਮ ਆਈ ਸੀ। ਬਚਨੋਂ, ਸਰਦਾਰਨੀ ਜੀ ਕਿਹੜਾ ਕੰਮ? ਸੁਰਿੰਦਰ, ਬਚਨੋਂ ਮੈਂ ਸੋਚ ਰਹੀ ਸੀ ਜੇ ਤੂੰ ਵਿਆਹ 'ਚ ਲਾਗਣ ਬਣ ਜਾਂਦੀ ਤਾਂ ਚੰਗਾ ਹੁੰਦਾ, ਨਾਲੇ ਤੇਰੇ 4 ਪੈਸੇ ਜੁੜ ਜਾਊ, ਨਾਲੇ ਹੋਰ ਕੱਪੜਾ ਲੀੜਾ ਵੀ ਸੁੱਖ ਨਾਲ ਖਾਸਾ ਬਣ ਜਾਣਾ। ਕੁੜੀ ਵਾਲੇ ਚੰਗੇ ਤਕੜੇ ਬੰਦੇ ਆ। ਜੋਤ ਦਾ ਬਾਪੂ ਤਾਂ ਕਹਿ ਰਿਹਾ ਸੀ ਕਿ ਬੰਸੋ ਨੂੰ ਸੁਨੇਹਾ ਲਾ ਦਈ, ਵਿਆਹ 'ਚ ਲਾਗਣ ਬਣ ਕੇ ਕੰਮ ਸਾਂਭ ਲਵੇ, ਪਰ ਮੇਰਾ ਚਿੱਤ ਨਹੀਂ ਮੰਨਿਆ। ਦਿਲ ਕਹਿੰਦਾ ਸੀ ਜੇ ਦੇਣਾ ਤਾਂ ਕਿਸੇ ਲੋੜਵੰਦ ਨੂੰ ਦਿਓ। ਤੂੰ ਕੀ ਕਹਿੰਦੀ ਐ? ਬਚਨੋਂ, ਸਰਦਾਰਨੀ ਜੀ ਮੈਂ ਕੀ ਕਹਿਣਾ, ਤੁਹਾਡਾ ਕਿਹਾ ਸਿਰ ਮੱਥੇ ਆ ਜੀ, ਮੈਂ ਆ ਜਾਵਾਂਗੀ। ਸੁਰਿੰਦਰ, ਚੱਲ ਠੀਕ ਆ ਫੜ ਕੁਝ ਪੈਸੇ ਰੱਖ ਲੈ, ਵਿਆਹ ਲਈ ਕੋਈ ਕੱਪੜੇ ਸਵਾ ਲਈ, ਤੇ ਆ ਜੋਤ ਦੇ ਕੱਪੜਿਆਂ ਦੀ ਸਿਲਾਈ ਦੇ ਪੈਸੇ, ਕਹਿ ਕੇ ਹੌਲੀ ਜਿਹੇ ਹੋਰ ਪੈਸੇ ਉਸ ਦੀ ਝੋਲੀ 'ਚ ਪਾ ਦਿੱਤੇ। ਬਚਨੋਂ, ਸਰਦਾਰਨੀ ਜੀ ਇਹ ਤਾਂ ਬਹੁਤ ਜ਼ਿਆਦਾ, ਜੋਤ ਮੇਰੀ ਵੀ ਧੀ ਵਰਗੀ ਹੀ ਹੈ, ਘੱਟ ਕਰ ਦੋ। ਸੁਰਿੰਦਰ, ਨੀ ਬਚਨੋਂ ਕੁਝ ਨਹੀਂ ਹੁੰਦਾ, ਰੱਖ ਲਾ, ਇਹ ਸ਼ਗਨਾਂ ਦੇ ਦਿਨ ਕਿਹੜਾ ਰੋਜ਼-ਰੋਜ਼ ਆਉਣੇ ਆ। ਫਿਰ ਸੁਰਿੰਦਰ ਕੌਰ ਖੜੀ ਹੋ ਕਹਿਣ ਲੱਗੀ, ਚੱਲ ਚੰਗਾ ਬਚਨੋਂ, ਮੈਂ ਹੁਣ ਚੱਲਦੀ ਆਂ, ਵਿਆਹ ਤੇ ਘਰ ਦੇ ਕੰਮਕਾਰਾਂ ਦੀ ਹੁਣ ਸਾਰੀ ਜ਼ਿੰਮੇਵਾਰੀ ਤੂੰ ਹੀ ਸਾਂਭਣੀ ਆ। ਜੋਤ, ਨੀ ਕੁੜੀਏ, ਜੇ ਤੇਰੀਆਂ ਗੱਲਾਂ ਮੁੱਕ ਗਈਆਂ ਹੋਣ ਤਾਂ ਆ ਜਾ ਹੁਣ ਬਾਹਰ ਨੂੰ। ਜੋਤ ਦੀ ਮੰਮੀ ਉਸ ਨੂੰ ਆਵਾਜ਼ ਮਾਰਦਿਆਂ ਕਹਿਣ ਲੱਗੀ। ਕੁਝ ਦੇਰ ਬਾਅਦ ਜੋਤ ਜੋਬਨ ਨੂੰ ਨਾਲ ਲੈ ਕੇ ਬਾਹਰ ਆ ਗਈ। ਜੋਬਨ ਨੇ ਹੱਥ ਜੋੜ ਕੇ ਜੋਤ ਦੀ ਮੰਮੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਫਿਰ ਸੁਰਿੰਦਰ ਕੌਰ ਕਹਿਣ ਲੱਗੀ, ਧੀਏ ਤੂੰ ਵੀ ਵਿਆਹ ਤੇ ਪਹਿਲਾਂ ਹੀ ਆ ਜਾਈ, ਨਹੀਂ ਤੈਨੂੰ ਪਤਾ ਆ ਨਾ ਤੇਰੀ ਇਸ ਸਹੇਲੀ ਦਾ ਕੱਲੀ ਦਾ ਜੀ ਨਹੀਂ ਲੱਗਣਾ। ਜੋਬਨ, ਕੋਈ ਗੱਲ ਨਹੀਂ ਆਂਟੀ ਜੀ, ਮੈਂ ਆ ਜਾਵਾਂਗੀ। ਚੰਗਾ ਜੋਬਨ, ਫਿਰ ਅਸੀਂ ਹੁਣ ਚੱਲਦੇ ਆਂ, ਕਹਿ ਕੇ ਜੋਤ ਨੇ ਐਕਟਿਵਾ ਦੀ ਸੈਲਫ ਮਾਰਦਿਆਂ ਕਹਿਣ ਲੱਗੀ। ਫਿਰ ਦੋਵੇਂ ਮਾਵਾਂ ਧੀਆਂ ਆਪਣੇ ਘਰ ਵੱਲ ਨੂੰ ਚੱਲ ਪਈਆਂ। ਦੇਖਦੇ ਹੀ ਦੇਖਦੇ ਕੁਝ ਦਿਨਾਂ ਬਾਅਦ ਵਿਆਹ ਵਾਲੇ ਦਿਨ ਵੀ ਆ ਗਏ। ਬਚਨੋਂ ਤਾਂ ਸਵੇਰੇ ਹੀ ਰੋਟੀ ਪਾਣੀ ਖਾ ਕੇ ਲੰਬੜਦਾਰਾਂ ਦੇ ਘਰ ਵੱਲ ਨੂੰ ਤਿਆਰ ਹੋ ਕੇ ਤੁਰ ਗਈ। 10 ਕੁ ਵੱਜਦੇ ਨੂੰ ਜੋਤ ਵੀ ਤਿਆਰ ਹੋ ਕੇ ਜੋਬਨ ਨੂੰ ਲੈਣ ਲਈ ਉਸਦੇ ਘਰ ਆ ਗਈ। ਜਦ ਉਸਨੇ ਆ ਕੇ ਦੇਖਿਆ ਜੋਬਨ ਤਾਂ ਬੈਠੀ ਨਲਕੇ ਤੇ ਭਾਂਡੇ ਧੋ ਰਹੀ ਸੀ। ਜੋਤ ਉਸਦੇ ਕੋਲ ਆ ਕੇ ਕਹਿਣ ਲੱਗੀ, ਨੀ ਜੋਬਨ ਅੜੀਏ, ਤੂੰ ਹਾਲੇ ਤੱਕ ਵੀ ਤਿਆਰ ਨਹੀਂ ਹੋਈ? ਜੋਬਨ, ਬਸ ਆ 2 ਕੁ ਹੀ ਭਾਂਡੇ ਆ, ਫਿਰ ਮੈਂ ਨਹਾ ਧੋ ਕੇ 2 ਮਿੰਟ 'ਚ ਤਿਆਰ ਹੋ ਜਾਣਾ। ਤੂੰ ਖੜੀ ਕਿਉਂ ਆ? ਆਹ ਕੁਰਸੀ ਪਈ ਆ, ਬੈਠ ਜਾ ਆਰਾਮ ਨਾਲ। ਜੋਤ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੀ, ਯਾਰ ਕੀ ਹੈ, ਮੈਨੂੰ ਪਹਿਲਾਂ ਹੀ ਫੋਨ ਕਰਕੇ ਕਿਹਾ ਸੀ ਨਾ ਤੂੰ ਮੇਰੇ ਆਉਂਦੀ ਨੂੰ ਤਿਆਰ ਰਹੀਂ, ਪਰ ਤੂੰ ਹਾਲੇ ਕੰਮਾਂ 'ਚ ਉਲਝੀ ਹੋਈ ਐ। ਜੋਬਨ ਭਾਂਡਿਆਂ ਵਾਲੀ ਟੋਕਰੀ ਚੱਕ ਕੇ ਸਾਈਡ ਤੇ ਰੱਖਦੇ ਹੋਏ ਕਹਿਣ ਲੱਗੀ, ਜੋਤ ਸਾਡੇ ਘਰ ਕਿਹੜਾ ਤੁਹਾਡੇ ਵਾਂਗੂ ਕੋਈ ਕੰਮ ਕਰਨ ਵਾਲੀ ਰੱਖੀ ਆ, ਸਾਰਾ ਕੰਮ ਸਾਨੂੰ ਆਪਣੇ ਹੱਥੀਂ ਕਰਨਾ ਪੈਂਦਾ। ਜੋਤ, ਪਤਾ ਆ ਮੈਨੂੰ, ਹੁਣ ਤੂੰ ਤਿਆਰ ਹੋ ਜਾ ਪਹਿਲਾਂ ਜਾ ਕੇ। ਫਿਰ ਜੋਬਨ ਨਹਾਉਣ ਚਲੀ ਗਈ। ਜਦ ਉਹ ਨਹਾ ਕੇ ਸ਼ੀਸ਼ੇ ਮੂਹਰੇ ਖੜੀ ਤਿਆਰ ਹੋ ਰਹੀ ਸੀ ਤਾਂ ਜੋਤ ਉਸਦੇ ਕੋਲ ਆ ਕੇ ਕਹਿਣ ਲੱਗੀ, ਆ ਲੈ ਫੜ ਮੇਰੀ ਮੇਕਅਪ ਕਿੱਟ, ਹੁਣ ਜਲਦੀ ਨਾਲ ਤਿਆਰ ਹੋ ਜਾ।
ਜੋਬਨ, ਜੋਤ ਨੂੰ ਕਿਉਂ ਹਰ ਵੇਲੇ ਮੇਰਾ ਇੰਨਾ ਕਰਦੀ ਐ? ਜੋਤ, ਕਿਉਂ ਮੈਂ ਕਰ ਨਹੀਂ ਸਕਦੀ? ਤੂੰ ਤਾਂ ਮੇਰੀ ਵੱਡੀ ਭੈਣ ਵਾਂਗੂ ਹੈ। ਜੋਬਨ, ਆਹੋ ਆਹੋ ਮੈਨੂੰ ਪਤਾ। ਤੂੰ ਹੁਣ ਮੇਰੀ ਜਲਦੀ ਨਾਲ ਗੁੱਤ ਕਰ ਦੇ। ਜਦ ਤੱਕ ਜੋਤ ਨੇ ਜੋਬਨ ਦੀ ਗੁੱਤ ਕੀਤੀ, ਇੰਨੇ ਚਿਰ 'ਚ ਜੋਬਨ ਵੀ ਤਿਆਰ ਹੋ ਗਈ ਸੀ। ਫਿਰ ਜੋਬਨ ਨੇ ਘਰ ਨੂੰ ਤਾਲਾ ਲਗਾਇਆ ਤੇ ਚਾਬੀ ਆਪਣੀ ਗੁਆਂਢਣ ਵਾਲੀ ਤਾਈ ਨੂੰ ਫੜਾ ਕੇ ਜੋਤ ਦੇ ਮਗਰ ਬੈਠ ਕੇ ਉਸਦੇ ਘਰ ਵੱਲ ਨੂੰ ਚੱਲ ਪਈ। ਪੂਰੀ ਕੋਠੀ ਬਹੁਤ ਵਧੀਆ ਤਰੀਕੇ ਨਾਲ ਸਜਾਈ ਜਾ ਰਹੀ ਸੀ। ਇੱਕ ਪਾਸੇ ਸਾਈਡ ਤੇ ਹਲਵਾਈ ਲੱਗੇ ਹੋਏ ਸਨ, ਦੂਜੇ ਪਾਸੇ ਸਜਾਵਟ ਵਾਲੇ ਲੱਗੇ ਹੋਏ ਸਨ। ਦੋਵਾਂ ਦਾ ਹੱਸਦਿਆਂ ਖੇਡਦਿਆਂ ਦਾ ਦਿਨ ਕਿਵੇਂ ਲੰਘ ਗਿਆ ਉਹਨਾਂ ਨੂੰ ਪਤਾ ਹੀ ਨਾ ਚੱਲਿਆ। ਫਿਰ ਸ਼ਾਮ ਨੂੰ ਜਦ ਜੋਤ ਜੋਬਨ ਨੂੰ ਉਸਦੇ ਘਰ ਛੱਡਣ ਆਈ ਤਾਂ ਉਹ ਕਹਿਣ ਲੱਗੀ, ਕੱਲ ਹੁਣ ਟਾਈਮ ਨਾਲ ਤਿਆਰ ਹੋ ਜਾਈਂ। ਕੱਲ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਪ੍ਰਕਾਸ਼ ਹੋਣਾ ਹੈ, ਮੈਂ ਤੈਨੂੰ ਲੈਣ ਆਵਾਂਗੀ। ਇੰਨਾ ਕਹਿ ਕੇ ਜੋਤ ਆਪਣੇ ਘਰ ਨੂੰ ਵਾਪਸ ਮੁੜ ਗਈ। ਅਗਲੇ ਦਿਨ ਜੋਤ ਹੁਣਾਂ ਦੀ ਕੋਠੀ ਪੂਰੀ ਸਜਾਈ ਹੋਈ ਸੀ। ਜੋਬਨ ਦਾ ਘਰ ਆ ਕੇ ਜੋਤ ਨੇ ਆਪਣੀ ਐਕਟਿਵਾ ਬਾਹਰ ਖੜੀ ਕੀਤੀ ਤੇ ਅੰਦਰ ਜਾ ਕੇ ਜੋਬਨ ਨੂੰ ਬਾਹਰ ਲੈ ਆਈ। ਫਿਰ ਉਹ ਦੋਵੇਂ ਜੋਤ ਦੇ ਘਰ ਵੱਲ ਨੂੰ ਚੱਲ ਪਈਆਂ। ਜੋਤ ਦੇ ਘਰ ਪਹੁੰਚ ਕੇ ਜੋਤ ਜਲਦੀ ਨਾਲ ਜੋਬਨ ਨੂੰ ਆਪਣੇ ਨਾਲ ਖਿੱਚ ਕੇ ਲਿਜਾਣ ਲੱਗੀ। ਇਹ ਦੇਖ ਕੇ ਜੋਬਨ ਕਹਿਣ ਲੱਗੀ, ਜੋਤ ਕਮਲੀਏ, ਤੂੰ 2 ਮਿੰਟ ਰੁਕ ਤਾਂ ਜਾ, ਮੈਨੂੰ ਵਾਹਿਗੁਰੂ ਜੀ ਦੇ ਅੱਗੇ ਮੱਥਾ ਤਾਂ ਟੇਕ ਲੈਣ ਦੇ ਅੜੀਏ। ਜੋਤ, ਲੈ ਮੈਂ ਤਾਂ ਇਹ ਭੁੱਲ ਹੀ ਗਈ ਸੀ, ਜਾਂ ਤੂੰ ਜਲਦੀ ਨਾਲ ਮੱਥਾ ਟੇਕ ਕੇ ਆ, ਮੈਂ ਬਾਹਰ ਖੜ ਕੇ ਤੇਰਾ ਇੰਤਜ਼ਾਰ ਕਰਾਂਗੀ। ਫਿਰ ਜੋਬਨ ਸਿਰ ਤੇ ਚੁੰਨੀ ਸਹੀ ਕਰਕੇ ਲਈ ਤੇ ਹੱਥ ਜੋੜ ਕੇ ਅੰਦਰ ਆਈ ਤਾਂ ਉਸ ਨੇ ਬਾਬਾ ਜੀ ਮੂਹਰੇ ਮੱਥਾ ਟੇਕਿਆ ਤੇ ਫਿਰ ਅੱਖਾਂ ਬੰਦ ਕਰਕੇ ਅਰਦਾਸ ਕਰਨ ਲੱਗੀ। ਜਦ ਉਹ ਅਰਦਾਸ ਕਰਕੇ ਮੱਥਾ ਟੇਕਣ ਲੱਗੀ ਤਾਂ ਉਸਦੇ ਸਿਰ ਦੀ ਚੁੰਨੀ ਉਸਦੇ ਸਿਰ ਤੋਂ ਲੈ ਕੇ ਉਸਦੇ ਗਲ ਵਿੱਚ ਆ ਗਈ। ਫਿਰ ਉਸਨੇ ਜਲਦੀ ਨਾਲ ਚੁੰਨੀ ਆਪਣੇ ਸਿਰ ਤੇ ਲੈ ਕੇ ਜਦ ਉੱਠ ਕੇ ਬਾਹਰ ਨੂੰ ਜਾਣ ਲੱਗੀ ਤਾਂ ਉਸਦੀ ਨਜ਼ਰ ਉਸਦੇ ਕੋਲ ਹੀ ਖੜੇ ਅਰਦਾਸ ਕਰ ਰਹੇ ਇੱਕ ਸਰਦਾਰ ਮੁੰਡੇ ਨਾਲ ਮਿਲੀ। ਉਹ ਤਾਂ ਅੱਖਾਂ ਬੰਦ ਕਰਕੇ ਅਰਦਾਸ ਕਰ ਰਿਹਾ ਸੀ, ਪਰ ਉਸਦੀ ਜੋਬਨ ਦੀਆਂ ਵੰਗਾਂ ਦੀ ਖਣਕ ਨਾਲ ਅੱਖ ਖੁੱਲ ਗਈ। ਦੋਵਾਂ ਦੀਆਂ ਜਦ ਨਜ਼ਰਾਂ ਮਿਲੀਆਂ ਤਾਂ ਜੋਬਨ ਨੇ ਫਟਾਫਟ ਆਪਣੀ ਅੱਖ ਨੀਵੀਂ ਕੀਤੀ ਤੇ ਬਾਹਰ ਆ ਗਈ। ਫਿਰ ਜੋਤ ਉਸ ਨੂੰ ਆਪਣੇ ਨਾਲ ਲੈ ਕੇ ਆਪਣੇ ਕਮਰੇ ਵੱਲ ਨੂੰ ਚੱਲ ਪਈ। ਜਦ ਉਹ ਦੋਵੇਂ ਆਪਣੇ ਕਮਰੇ 'ਚ ਬੈਠੀਆਂ ਸਨ ਤਾਂ ਕੁਝ ਦੇਰ ਬਾਅਦ ਉਹੀ ਮੁੰਡਾ ਜੋਤ ਨੂੰ ਚਾਹ ਨਾਲ ਪਕੌੜੇ ਫੜਾਉਣ ਆਇਆ। ਜਦ ਜੋਬਨ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਮੁੰਡਾ ਖੜਾ ਦੇਖ ਕੇ ਜਲਦੀ ਨਾਲ ਫਿਰ ਦਰਵਾਜ਼ਾ ਬੰਦ ਕਰ ਦਿੱਤਾ ਤੇ ਭੱਜ ਕੇ ਆਪਣੀ ਚੁੰਨੀ ਬੈੱਡ ਤੋਂ ਚੱਕ ਕੇ ਸਿਰ ਉੱਤੇ ਲਈ। ਜਦ ਫਿਰ ਆ ਕੇ ਉਸਨੇ ਦੁਬਾਰਾ ਦਰਵਾਜ਼ਾ ਖੋਲ੍ਹਿਆ ਤਾਂ ਜੋਬਨ ਨੂੰ ਦੇਖ ਕੇ ਉਹ ਮੁੰਡਾ ਕਹਿਣ ਲੱਗਾ, ਆ ਜੀ ਚਾਹ ਤੇ ਪਕੌੜੇ ਜੋਤ ਭੈਣ ਨੇ ਮੰਗਵਾਏ ਸਨ। ਫਿਰ ਜੋਬਨ ਨੇ ਉਸਦੇ ਹੱਥੋਂ ਚਾਹ ਤੇ ਪਕੌੜੇ ਦੀ ਪਲੇਟ ਫੜੀ ਤੇ ਧੰਨਵਾਦ ਕਹਿ ਕੇ ਦਰਵਾਜ਼ਾ ਤੇ ਪਕੌੜੇ ਲਿਆ ਕੇ ਟੇਬਲ ਤੇ ਰੱਖਦੀ ਹੋਈ ਜੋਬਨ ਕਹਿਣ ਲੱਗੀ, ਨੀ ਜੋਤ, ਆ ਮੁੰਡਾ ਕੌਣ ਆ ਜੋ ਹੁਣੇ ਮੈਨੂੰ ਚਾਹ ਫੜਾ ਕੇ ਗਿਆ? ਪਹਿਲਾਂ ਤਾਂ ਇਸ ਨੂੰ ਕਦੇ ਨਹੀਂ ਦੇਖਿਆ। ਜੋਤ, ਕੌਣ ਮੁੰਡਾ? ਤੂੰ ਕਿਤੇ ਉਹ ਕਾਲੇ ਪੱਗ ਵਾਲੇ ਮੁੰਡੇ ਦੀ ਤਾਂ ਨਹੀਂ ਗੱਲ ਕਰ ਰਹੀ ਨਾ? ਜੋਬਨ, ਹਾਂ ਉਹੀ, ਉਸਨੇ ਕਾਲੀ ਪੱਗ ਬੰਨੀ ਆ। ਜੋਤ, ਉਹ ਤਾਂ ਮੇਰੀ ਮਾਸੀ ਦਾ ਮੁੰਡਾ ਹੈ, ਉਸਦਾ ਨਾਮ ਆ ਗੁਰਪ੍ਰੀਤ। ਪਤਾ ਪੂਰੇ 15 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ। ਆਖਰੀ ਵਾਰ ਮੈਂ ਜਦ ਇਸ ਨੂੰ ਦੇਖਿਆ ਸੀ ਨਾ ਤਾਂ ਮੇਰੇ ਤੋਂ ਵੀ ਇਹ ਅੱਧਾ ਹੁੰਦਾ ਸੀ, ਹੁਣ ਦੇਖ ਲੈ ਖੰਭੇ ਜਿੰਨਾ ਲੰਬਾ ਹੋ ਗਿਆ। ਚੱਲ ਤੂੰ ਹੁਣ ਪਹਿਲਾਂ ਪਕੌੜੇ ਖਾ, ਨਹੀਂ ਫਿਰ ਠੰਡੇ ਹੋ ਜਾਣੇ ਆ। ਫਿਰ ਆਪਾਂ ਵੀਰੇ ਨੂੰ ਵਟਣਾ ਲਾਉਣ ਦੀ ਤਿਆਰੀ ਵੀ ਕਰਨੀ ਆ। ਚਾਹ ਪਾਣੀ ਪੀ ਕੇ ਉਹ ਦੋਵੇਂ ਵਟਣੇ ਦੀ ਤਿਆਰੀ ਕਰਨ ਲਈ ਰਸੋਈ 'ਚ ਚਲੀਆਂ ਗਈਆਂ। ਫਿਰ ਬਾਅਦ 'ਚ ਪਾਠ ਦੀ ਸਮਾਪਤੀ ਦੇ ਭੋਗ ਵੀ ਪਾ ਦਿੱਤੇ ਗਏ। ਜੋਤ ਤੇ ਜੋਬਨ ਦੋਨਾਂ ਨੇ ਆ ਕੇ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਤੇ ਫਿਰ ਆਪਣੇ ਕੰਮ 'ਚ ਰੁੱਝ ਗਈਆਂ। 11 ਕੁ ਵਜੇ ਜੋਤ ਦੇ ਭਰਾ ਜਿੰਦਰ ਨੂੰ ਵਟਣਾ ਲਾਉਣ ਲਈ ਵਿਹੜੇ 'ਚ ਫੱਟੇ ਤੇ ਬਿਠਾਇਆ ਗਿਆ। ਜੋਤ ਦੇ ਮੰਮੀ ਪਾਪਾ, ਆਂਢੀ ਗੁਆਂਢੀ ਸਭ ਰਿਸ਼ਤੇਦਾਰ ਨੇ ਜਿੰਦਰ ਨੂੰ ਵਟਣਾ ਮਲਿਆ। ਗੁਰਪ੍ਰੀਤ ਇੱਕ ਸਾਈਡ ਤੇ ਖੜਾ ਇਹ ਸਭ ਦੇਖ ਰਿਹਾ ਸੀ। ਜਦ ਜੋਤ ਤੇ ਜੋਬਨ ਨੇ ਜਿੰਦਰ ਦੇ ਵਟਣਾ ਮਲਿਆ ਤਾਂ ਜੋਬਨ ਦੀ ਨਜ਼ਰ ਸਾਹਮਣੇ ਖੜੇ ਗੁਰਪ੍ਰੀਤ ਤੇ ਪਈ। ਉਹ ਖੜਾ ਸਿਰ ਉੱਤੇ ਚੁੰਨੀ ਲੈ ਕੇ ਬੈਠੀ ਜੋਬਨ ਨੂੰ ਦੇਖ ਰਿਹਾ ਸੀ। ਵਟਣਾ ਮਲਣ ਤੋਂ ਬਾਅਦ ਫਿਰ ਜੋਤ ਨੇ ਚੌਂਕਾ ਪੂਰ ਦਿੱਤਾ। ਫਿਰ ਉਸ ਤੋਂ ਬਾਅਦ ਜੋਬਨ ਜਿੱਧਰ ਦੁਪਹਿਰ ਦੀ ਰੋਟੀ ਵੀ ਬਣ ਰਹੀ ਸੀ ਉੱਧਰ ਜਾ ਕੇ ਆਪਣੀ ਬੇਬੇ ਨਾਲ ਰੋਟੀਆਂ ਬਣਾਉਣ ਦਾ ਕੰਮ ਕਰਨ ਲੱਗੀ। ਰੋਟੀ ਪਾਣੀ ਦਾ ਸਾਰਾ ਕੰਮ ਦੇਖਣ ਦੀ ਜ਼ਿੰਮੇਵਾਰੀ ਗੁਰਪ੍ਰੀਤ ਦੀ ਲੱਗੀ ਹੋਈ ਸੀ। ਉਹ ਵੇਟਰਾਂ ਕੋਲ ਖੜਾ ਸਾਰਾ ਕੰਮ ਦੇਖ ਰਿਹਾ ਸੀ ਕਿ ਕੋਈ ਚੀਜ਼ ਘੱਟ ਨਾ ਜਾਵੇ।
ਪਿੰਡ ਵਾਲੇ ਤੇ ਰਿਸ਼ਤੇਦਾਰ ਸਾਰੇ ਰੋਟੀ ਪਾਣੀ ਖਾ ਰਹੇ ਸਨ। ਜਦ ਗੁਰਪ੍ਰੀਤ ਨੇ ਦੇਖਿਆ ਰੋਟੀਆਂ ਵਾਲੇ ਬਰਤਨ 'ਚ ਰੋਟੀਆਂ ਖਤਮ ਹਨ ਤਾਂ ਉਹ ਕਿਸੇ ਵੇਟਰ ਦਾ ਇੰਤਜ਼ਾਰ ਕਰਨ ਦੀ ਬਜਾਏ ਆਪ ਹੀ ਥਾਲ ਲੈ ਕੇ ਰੋਟੀਆਂ ਲੈਣ ਲਈ ਚਲਾ ਗਿਆ। ਉਸ ਨੇ ਆ ਕੇ ਜਦ ਰੋਟੀਆਂ ਬਣਾਉਣ ਵਾਲੀਆਂ ਬੁੜੀਆਂ ਕੋਲ ਆ ਕੇ ਰੋਟੀਆਂ ਦੇਖਣ ਲਈ ਕਿਹਾ ਤਾਂ ਜੋਬਨ ਨੇ ਹੱਸਦੀ ਹੋਈ ਨੇ ਜਦ ਪਿੱਛੇ ਮੁੜ ਕੇ ਦੇਖਿਆ ਤਾਂ ਆਪਣੇ ਪਿੱਛੇ ਗੁਰਪ੍ਰੀਤ ਨੂੰ ਖੜਾ ਦੇਖ ਕੇ ਇੱਕਦਮ ਚੁੱਪ ਹੋ ਗਈ ਤੇ ਕਹਿਣ ਲੱਗੀ, 1 ਮਿੰਟ ਜੀ, ਮੈਂ ਦਿੰਦੀ ਆ। ਗੁਰਪ੍ਰੀਤ ਉਸ ਦੀ ਗੱਲ ਸੁਣ ਕੇ ਕਹਿਣ ਲੱਗਾ, ਨਹੀਂ ਨਹੀਂ ਜੀ, ਤੁਸੀਂ ਬਣਾਓ ਰੋਟੀਆਂ, ਕਹਿ ਕੇ ਜਦ ਉਹ ਰੋਟੀਆਂ ਚੱਕਣ ਲੱਗਾ ਤਾਂ ਉਸ ਦਾ ਹੱਥ ਜੋਬਨ ਦੇ ਹੱਥ ਨਾਲ ਖਹਿ ਗਿਆ। ਇਹ ਦੇਖ ਕੇ ਜੋਬਨ ਘੂਰ ਕੇ ਉਸ ਦੇ ਵੱਲ ਦੇਖਣ ਲੱਗੀ ਤੇ ਉਹ ਰੋਟੀਆਂ ਲੈ ਕੇ ਚੁੱਪ ਕਰਕੇ ਉੱਥੋਂ ਚਲਾ ਗਿਆ। ਇੰਨੇ ਨੂੰ ਜੋਤ ਜੋਬਨ ਨੂੰ ਲੱਭਦੀ ਹੋਈ ਉੱਥੇ ਆ ਕੇ ਉਸ ਨੂੰ ਕਹਿਣ ਲੱਗੀ, ਲੈ ਮੈਂ ਤੈਨੂੰ ਸਾਰੇ ਘਰ 'ਚ ਲੱਭ ਰਹੀ ਆ, ਤੂੰ ਇੱਥੇ ਬੈਠੀ ਰੋਟੀਆਂ ਬਣਾ ਰਹੀ ਐ, ਚੱਲ ਆ ਜਾ, ਮੈਨੂੰ ਤੇਰੇ ਨਾਲ ਕੰਮ ਐ। ਜੋਬਨ, ਬਸ ਆ 4 ਕੁ ਪੇੜੇ ਰਹਿ ਗਏ, ਮੈਂ ਫੇਰ ਆਈ। ਜੋਤ, ਲੈ ਤਾਈ ਇਹ ਕੀ ਆ, ਇਸ ਨੂੰ ਕੁਝ ਸਮਝਾਓ। ਫਿਰ ਜੋਬਨ ਦੀ ਮੰਮੀ ਉਸ ਨੂੰ ਕਹਿਣ ਲੱਗੀ, ਜੋਬਨ ਜਾ ਧੀਏ, ਤੁਸੀਂ ਜਾਓ, ਹੱਸੋ ਖੇਡੋ, ਮੌਜਾਂ ਕਰੋ, ਇਹ ਕੰਮ ਤਾਂ ਸਾਡੇ ਬੁੜੀਆਂ ਦੇ ਕਰਨੇ ਵਾਲੇ ਆ, ਅਸੀਂ ਆਪੇ ਬਣਾ ਲੈਣੀਆਂ। ਫਿਰ ਜੋਤ ਜੋਬਨ ਨੂੰ ਉਠਾ ਕੇ ਆਪਣੇ ਨਾਲ ਕਮਰੇ 'ਚ ਆ ਕੇ ਕਹਿਣ ਲੱਗੀ, ਜੋਬਨ ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਸ਼ਾਮ ਨੂੰ ਕਿਹੜਾ ਸੂਟ ਪਾਵਾਂ। ਜੋਬਨ, ਸਾਰੇ ਹੀ ਸੋਹਣੇ ਤਾਂ ਨੇ, ਜਿਹੜਾ ਮਰਜ਼ੀ ਪਾ ਲਾ। ਜੋਤ, ਫਿਰ ਤੂੰ ਦੱਸ ਨਾ ਕਿਹੜਾ ਪਾਵਾਂ। ਜੋਬਨ, ਤੂੰ ਆ ਪਾ, ਕਾਲਾ ਤੇਰੇ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ। ਜੋਤ, ਮੈਂ ਵੀ ਇਹੀ ਸੋਚ ਰਹੀ ਸੀ, ਚੱਲ ਹੁਣ ਆਪਾਂ ਪਹਿਲਾਂ ਜਾ ਕੇ ਰੋਟੀ ਖਾਈਏ, ਮੈਨੂੰ ਤਾਂ ਸੱਚੀ ਬਹੁਤ ਭੁੱਖ ਲੱਗੀ ਹੈ। ਜਦ ਉਹ ਦੋਵੇਂ ਰੋਟੀ ਖਾਣ ਆਈਆਂ ਤਾਂ ਉੱਥੇ ਭੀੜ ਦੇਖ ਕੇ ਜੋਤ ਕਹਿਣ ਲੱਗੀ, ਹਾਏ ਹੁਣ ਆਪਾਂ ਕਿਵੇਂ ਰੋਟੀ ਖਾਵਾਂਗੀਆਂ, ਇੱਥੇ ਤਾਂ ਰਸ਼ ਹੀ ਬੜਾ। ਇੰਨੇ ਨੂੰ ਉਸ ਦੀ ਨਜ਼ਰ ਗੁਰਪ੍ਰੀਤ ਤੇ ਪਈ। ਜੋਤ ਨੇ ਫਿਰ ਉਸ ਨੂੰ ਗੁਰਪ੍ਰੀਤ ਵੀਰੇ ਕਹਿ ਕੇ ਆਪਣੇ ਕੋਲ ਬੁਲਾਉਣ ਲੱਗੀ। ਜਦ ਗੁਰਪ੍ਰੀਤ ਨੇ ਜੋਤ ਨੂੰ ਉਸ ਨੂੰ ਬੁਲਾਉਂਦੇ ਹੋਏ ਸੁਣਿਆ ਤਾਂ ਉਹ ਉਸ ਦੇ ਕੋਲ ਆ ਕੇ ਕਹਿਣ ਲੱਗਾ, ਕੀ ਹੋਇਆ ਜੋਤ, ਕੁਝ ਚਾਹੀਦਾ ਸੀ। ਜੋਤ, ਵੀਰੇ ਮੈਨੂੰ ਬਹੁਤ ਭੁੱਖ ਲੱਗੀ ਆ, ਮੈਨੂੰ ਰੋਟੀ ਪਾ ਕੇ ਲਿਆ ਦਿਓਗੇ। ਗੁਰਪ੍ਰੀਤ, ਤੂੰ ਰੁਕ, ਮੈਂ ਹੁਣੇ 1 ਪਲੇਟ ਰੋਟੀ ਪਾ ਕੇ ਲੈ ਕੇ ਆਇਆ। ਜੋਤ, ਵੀਰੇ 1 ਨਹੀਂ 2। ਫਿਰ ਉਹ ਜੋਬਨ ਵੱਲ ਇਸ਼ਾਰਾ ਕਰਦੇ ਹੋਏ ਕਹਿਣ ਲੱਗੀ, ਵੀਰੇ ਸਾਡੇ ਦੋਨਾਂ ਦੇ ਬੈਠਣ ਲਈ ਕੁਰਸੀਆਂ ਦਾ ਵੀ ਇੰਤਜ਼ਾਮ ਕਰ ਦਿਓਗੇ। ਤੁਸੀਂ 2 ਮਿੰਟ ਰੁਕੋ, ਮੈਂ ਹੁਣੇ ਕਰਦਾ ਇੰਤਜ਼ਾਮ, ਕਹਿ ਕੇ ਗੁਰਪ੍ਰੀਤ ਵੇਟਰ ਕੋਲ ਜਾ ਕੇ ਉਸ ਨੂੰ ਕੁਝ ਕਹਿਣ ਲੱਗਾ। ਕੁਝ ਦੇਰ ਬਾਅਦ ਉਹਨਾਂ ਦੋਨਾਂ ਦੇ ਬੈਠਣ ਲਈ ਗੁਰਪ੍ਰੀਤ ਨੇ ਇੱਕ ਸਾਈਡ ਤੇ ਕੁਰਸੀਆਂ ਲਗਵਾ ਦਿੱਤੀਆਂ। ਫਿਰ ਜੋਤ ਤੇ ਜੋਬਨ ਦੋਵੇਂ ਬੈਠ ਗਈਆਂ ਤੇ ਕੁਝ ਦੇਰ ਬਾਅਦ ਗੁਰਪ੍ਰੀਤ ਖੁਦ ਉਹਨਾਂ ਲਈ ਰੋਟੀ ਪਾ ਕੇ ਲੈ ਆਇਆ। ਕੁਝ ਦੇਰ ਬਾਅਦ ਉਹ ਰੋਟੀ ਖਾ ਕੇ ਆਪਣੇ ਕਮਰੇ 'ਚ ਆ ਗਈਆਂ। ਦਿਨ ਢਲ ਗਿਆ ਤੇ ਸ਼ਾਮ ਹੋਈ। ਘਰ ਵਿੱਚ ਰਿਸ਼ਤੇਦਾਰਾਂ ਦੀਆਂ ਰੌਣਕਾਂ ਲੱਗਣ ਲੱਗੀਆਂ। 7:30 ਵੱਜਦੇ ਨੂੰ ਨਾਨਕਾ ਮੇਲ ਵੀ ਆ ਗਿਆ। ਨਾਨਕਿਆਂ ਤੇ ਦਾਦਕਿਆਂ ਨੇ ਖੂਬ ਬੋਲੀਆਂ ਪਾਈਆਂ ਤੇ ਨੱਚ-ਨੱਚ ਕੇ ਰੌਣਕਾਂ ਲਗਾਈਆਂ। ਉਸ ਤੋਂ ਬਾਅਦ ਨਾਨਕਾ ਮੇਲ ਵੱਲੋਂ ਲਿਆਂਦਾ ਗਿਆ ਸਮਾਨ ਦੀ ਦੇਖ ਦਿਖਾਈ ਕੀਤੀ ਗਈ। ਫਿਰ ਜਿੰਦਰ ਦੇ ਵਟਣਾ ਮਲ ਕੇ ਢੋਲ ਢਮੱਕੇ ਨਾਲ ਜਾਗੋ ਕੱਢੀ ਗਈ। ਜਾਗੋ ਵਿੱਚ ਜੋਤ ਤੇ ਜੋਬਨ ਸਾਰਿਆਂ ਤੋਂ ਦੋਨੇ ਅੱਗੇ ਹੋ ਕੇ ਨੱਚਣ ਲੱਗੀਆਂ ਸਨ। ਦੋਨੋਂ ਜਾਣੀਆਂ ਖੂਬ ਨੱਚੀਆਂ। ਜੋਤ ਦੀ ਮੰਮੀ ਪਾਪਾ ਚਾਚੇ ਤਾਏ ਸਾਰੇ ਖੂਬ ਨੱਚ ਰਹੇ ਸਨ। ਜਦੋਂ ਬੋਲੀ ਪਾ ਕੇ ਜੋਤ ਨੇ ਜੋਬਨ ਨੱਚਦੀ ਸੀ ਤਾਂ ਸਾਰੇ ਹੀ ਉਹਨਾਂ ਵੱਲ ਹੀ ਦੇਖਦੇ ਸੀ। ਗੁਰਪ੍ਰੀਤ ਤਾਂ ਇੱਕ ਸਾਈਡ ਤੇ ਖੜਾ ਬਸ ਉਹਨਾਂ ਨੂੰ ਦੇਖ ਰਿਹਾ ਸੀ। ਜੋਬਨ ਨੇ ਨੱਚਦੀ ਨੇ ਇਹ ਗੱਲ ਕਈ ਵਾਰੀ ਨੋਟ ਕੀਤੀ ਕਿ ਗੁਰਪ੍ਰੀਤ ਖੜਾ ਉਸ ਨੂੰ ਹੀ ਦੇਖ ਰਿਹਾ ਹੈ। ਜਾਗੋ ਕੱਢਣ ਤੋਂ ਬਾਅਦ ਸਾਰੇ ਰੋਟੀ ਖਾ ਪੀ ਕੇ ਫਿਰ ਨੱਚਣ ਟੱਪਣ ਲਈ ਡੀਜੇ ਤੇ ਆ ਗਏ। ਇੱਕ ਪਾਸੇ ਮੁੰਡੇ ਨੱਚ ਰਹੇ ਸੀ ਤੇ ਇੱਕ ਪਾਸੇ ਕੁੜੀਆਂ, ਪਰ ਸਭ ਦੀ ਅੱਖ ਜੋਤ ਤੇ ਜੋਬਨ ਤੇ ਸੀ। ਦੋਵਾਂ ਨੇ ਜਦ ਗਿੱਧੇ ਦੇ ਵਿੱਚ ਗੇੜਾ ਦਿੱਤਾ ਤਾਂ ਸਾਰਿਆਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜਦ ਜੋਤ ਨੇ ਗੁਰਪ੍ਰੀਤ ਨੂੰ ਸਾਈਡ ਤੇ ਖੜੇ ਨੂੰ ਉਸ ਦੀ ਬਾਹ ਫੜ ਕੇ ਉਸ ਨੂੰ ਆਪਣੇ ਨਾਲ ਨੱਚਣ ਲਈ ਲੈ ਕੇ ਆਂਦਾ ਤਾਂ ਉਹ ਕੁਝ ਦੇਰ ਤਾਂ ਖੜਾ ਉਹਨੂੰ ਦੇਖਦਾ ਰਿਹਾ ਤੇ ਫਿਰ ਜਾ ਕੇ ਇੱਕ ਸਾਈਡ ਤੇ ਖੜਾ ਹੋ ਗਿਆ। ਦੇਰ ਰਾਤ ਤੱਕ ਸਭ ਨੱਚਦੇ ਟੱਪਦੇ ਰਹੇ। ਫਿਰ ਜਦ 12 ਕੁ ਵਜੇ ਡੀਜੇ ਬੰਦ ਹੋਇਆ ਤਾਂ ਜੋਬਨ ਜੋਤ ਨੂੰ ਲੱਭਣ ਲੱਗ ਪਈ। ਜਦ ਉਸ ਦੇ ਕਮਰੇ 'ਚ ਆਈ ਤਾਂ ਉੱਥੇ ਉਸ ਨੂੰ ਬੈਠੀ ਦੇਖ ਕੇ ਕਹਿਣ ਲੱਗੀ, ਜੋਤ ਮੈਨੂੰ ਘਰ ਤਾਂ ਛੱਡਣ ਆ ਜਾ, ਹੁਣ ਬਾਹਰ ਹਨੇਰਾ ਵੀ ਬਹੁਤ ਹੋ ਗਿਆ।
ਜੋਤ, ਯਾਰ ਮੇਰਾ ਤਾਂ ਨੱਚ ਨੱਚ ਕੇ ਬੁਰਾ ਹਾਲ ਹੋ ਗਿਆ। ਤੂੰ ਮੇਰੇ ਨਾਲ ਬਾਹਰ, ਮੈਂ ਕਿਸੇ ਨੂੰ ਤੇਰੇ ਨਾਲ ਭੇਜ ਦਿੰਦੀ ਆ, ਉਹ ਤੈਨੂੰ ਘਰ ਛੱਡ ਆਊਗਾ। ਫਿਰ ਜਦੋਂ ਦੋਵੇਂ ਕਮਰੇ ਤੋਂ ਬਾਹਰ ਆ ਗਈਆਂ, ਆਸੇ-ਪਾਸੇ ਦੇਖਣ ਤੇ ਕੋਈ ਵੀ ਨਜ਼ਰ ਨਾ ਆਇਆ। ਕੁਝ ਦੇਰ ਬਾਅਦ ਉਹਨਾਂ ਨੂੰ ਬਾਹਰ ਨੂੰ ਗੁਰਪ੍ਰੀਤ ਜਾਂਦਿਆਂ ਹੋਇਆ ਨਜ਼ਰ ਆਇਆ ਤਾਂ ਜੋਤ ਨੇ ਉਸ ਨੂੰ ਆਵਾਜ਼ ਮਾਰ ਕੇ ਕੋਲ ਬੁਲਾਇਆ ਤੇ ਕਹਿਣ ਲੱਗੀ, ਵੀਰੇ ਤੁਸੀਂ ਜੋਬਨ ਨੂੰ ਉਸਦੇ ਘਰ ਛੱਡ ਆਉਂਗੇ? ਮੇਰੀ ਐਕਟਿਵਾ ਲੈ ਜਾਓ, 1 ਮਿੰਟ ਮੈਂ ਚਾਬੀ ਲੈ ਕੇ ਆਈ, ਕਹਿ ਕੇ ਜੋਤ ਅੰਦਰ ਨੂੰ ਚਲੀ ਗਈ। ਜੋਬਨ ਸਿਰ ਤੇ ਚੁੰਨੀ ਲੈ ਕੇ ਸਿਰ ਝੁਕਾ ਕੇ ਖੜੀ ਸੀ। ਕੁਝ ਦੇਰ ਬਾਅਦ ਜੋਤ ਅੰਦਰੋਂ ਆਈ ਤੇ ਕਹਿਣ ਲੱਗੀ, ਵੀਰੇ ਚਾਬੀ ਤਾਂ ਮੈਨੂੰ ਲੱਭ ਹੀ ਨਹੀਂ ਰਹੀ, ਪਤਾ ਨਹੀਂ ਮੈਂ ਕਿੱਥੇ ਰੱਖ ਦਿੱਤੀ ਆ। ਫਿਰ ਉਸ ਦੀ ਗੱਲ ਸੁਣ ਕੇ ਗੁਰਪ੍ਰੀਤ ਕਹਿਣ ਲੱਗਾ, ਜੇ ਇਹਨਾਂ ਦਾ ਘਰ ਜ਼ਿਆਦਾ ਦੂਰ ਨਹੀਂ ਹੈ ਤਾਂ ਮੈਂ ਪੈਦਲ ਹੀ ਇਹਨਾਂ ਨੂੰ ਛੱਡ ਆਉਂਦਾ। ਜੋਤ, ਹਾਂ ਇਹ ਵੀ ਠੀਕ ਹੈ। ਜੋਬਨ ਤੂੰ ਜਾ ਵੀਰੇ ਨਾਲ ਚਲੀ ਜਾ, ਇਹ ਤੈਨੂੰ ਘਰ ਛੱਡ ਆਉਣਗੇ। ਫਿਰ ਜੋਬਨ ਤੇ ਗੁਰਪ੍ਰੀਤ ਦੋਵੇਂ ਹੀ ਪੈਦਲ ਜੋਬਨ ਦੇ ਘਰ ਵੱਲ ਨੂੰ ਚੱਲ ਪਏ। ਦੋਵੇਂ ਸੁਨਸਾਨ ਗਲੀ 'ਚ ਚੁੱਪਚਾਪ ਤੁਰੇ ਜਾ ਰਹੇ ਸੀ। ਚਾਨਣੀ ਰਾਤ ਸੀ, ਆਸਮਾਨ 'ਚ ਤਾਰੇ ਟਿਮਟਮਾ ਰਹੇ ਸਨ। ਕੁਝ ਦੇਰ ਬਾਅਦ ਗੁਰਪ੍ਰੀਤ ਹਿੰਮਤ ਜਿਹੀ ਕਰਕੇ ਕਹਿਣ ਲੱਗਾ, ਤੁਹਾਡਾ ਨਾਮ ਬਹੁਤ ਸੋਹਣਾ ਜੋਬਨ ਜੀ। ਜੋਬਨ ਉਸ ਦੀ ਗੱਲ ਦਾ ਕੋਈ ਜਵਾਬ ਦਿੱਤੇ ਬਿਨਾਂ ਹੀ ਤੁਰਦੀ ਰਹੀ। ਤਾਂ ਫਿਰ ਉਹ ਕਹਿਣ ਲੱਗਾ, ਤੁਸੀਂ ਨੱਚਦੇ ਵੀ ਬਹੁਤ ਸੋਹਣੇ ਹੋ ਜੀ। ਪਰ ਜੋਬਨ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ। ਉਸ ਤੋਂ ਬਾਅਦ ਗੁਰਪ੍ਰੀਤ ਕਹਿਣ ਲੱਗਾ, ਕੀ ਗੱਲ ਜੀ ਤੁਸੀਂ ਮੇਰੇ ਨਾਲ ਗੁੱਸੇ ਹੋ? ਉਸ ਦੀ ਗੱਲ ਸੁਣ ਕੇ ਜੋਬਨ ਨੇ ਨਾਂਹ 'ਚ ਸਿਰ ਹਿਲਾਇਆ। ਤਾਂ ਫਿਰ ਕੀ ਗੱਲ ਹੈ? ਮੈਂ ਇਕੱਲਾ ਹੀ ਗੱਲਾਂ ਕਰੀ ਜਾ ਰਿਹਾ ਹਾਂ, ਤੁਸੀਂ ਹੋ ਕੇ ਕੋਈ ਜਵਾਬ ਵੀ ਨਹੀਂ ਦੇ ਰਹੇ। ਜੋਬਨ, ਨਹੀਂ ਉਹ ਗੱਲ ਨਹੀਂ ਹੈ, ਮੈਂ ਕਿਸ ਮੁੰਡੇ ਨਾਲ ਅੱਜ ਤੱਕ ਐਵੇਂ ਗੱਲ ਨਹੀਂ ਕੀਤੀ। ਗੁਰਪ੍ਰੀਤ, ਮੈਂ ਵੀ ਕਿਸੇ ਕੁੜੀ ਨਾਲ ਅੱਜ ਤੱਕ ਇੰਨੀ ਗੱਲਬਾਤ ਹੀ ਨਹੀਂ ਕੀਤੀ। ਕੰਮਕਾਰਾਂ ਦੇ ਚੱਕਰਾਂ 'ਚ ਐਸੇ ਫਸੇ ਕਿ ਕਦੇ ਜ਼ਿੰਦਗੀ ਨੇ ਇੰਨੀ ਵੇਲ ਹੀ ਨਹੀਂ ਹੁੰਦੀ। ਜੋਬਨ, ਅੱਛਾ ਜੀ, ਕੀ ਕੰਮ ਕਰਦੇ ਹੋ ਤੁਸੀਂ? ਗੁਰਪ੍ਰੀਤ, ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ, ਟਰੱਕਿੰਗ ਸਾਡਾ ਪੇਸ਼ਾ। ਜੋਬਨ, ਬਹੁਤ ਵਧੀਆ ਹੈ ਜੀ, ਪਰ ਤੁਸੀਂ ਮੈਨੂੰ ਇੱਕ ਗੱਲ ਸੱਚੋ ਸੱਚ ਦੱਸੋਗੇ? ਮੈਂ ਸਵੇਰ ਦੀ ਨੋਟ ਕਰ ਰਹੀ ਹਾਂ ਕਿ ਤੁਸੀਂ ਮੈਨੂੰ ਦੇਖ ਰਹੇ ਹੋ। ਇਹ ਸਭ ਕੀ ਚੱਲ ਰਿਹਾ ਹੈ? ਗੁਰਪ੍ਰੀਤ ਆਪਣੀ ਚੋਰੀ ਫੜੀ ਜਾਣ ਤੇ ਕਹਿਣ ਲੱਗਾ, ਮੈਂ ਤੁਹਾਨੂੰ ਦੇਖ ਰਿਹਾ ਸੀ? ਨਹੀਂ ਜੀ, ਤੁਹਾਨੂੰ ਸ਼ਾਇਦ ਕੋਈ ਵਹਿਮ ਹੋਇਆ। ਮੈਂ ਤਾਂ ਜੀ ਵਿਆਹ ਦਾ ਰੌਣਕ ਮੇਲਾ ਦੇਖ ਰਿਹਾ ਸੀ। ਹਾਂ, ਹੋ ਸਕਦਾ ਇਸ ਵਿਚਕਾਰ ਇੱਕ ਅੱਧੀ ਵਾਰੀ ਭੁਲੇਖੇ ਨਾਲ ਮੇਰੀ ਨਜ਼ਰ ਤੁਹਾਡੇ ਤੇ ਪੈ ਗਈ ਹੋਵੇ। ਜੋਬਨ, ਭੁਲੇਖਾ ਇੱਕ ਅੱਧੀ ਵਾਰੀ ਹੁੰਦਾ, ਜੋ ਬਾਰ-ਬਾਰ ਹੋਵੇ ਉਸ ਨੂੰ ਚੋਰੀ ਕਹਿੰਦੇ ਆ। ਸੱਚ ਦੱਸੋ, ਕਿਉਂ ਦੇਖ ਰਹੇ ਸੀ ਮੇਰੇ ਵੱਲ? ਫਿਰ ਗੁਰਪ੍ਰੀਤ ਥੋੜਾ ਜਿਹੀ ਹਿੰਮਤ ਕਰਕੇ ਕਹਿਣ ਲੱਗਾ, ਸੱਚ ਦੱਸ ਜੀ, ਮੈਨੂੰ ਨਾ ਤੁਸੀਂ ਪਸੰਦ ਆ ਗਏ ਹੋ, ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ। ਜੋਬਨ ਹੈਰਾਨ ਹੁੰਦੇ ਹੋਏ ਕਹਿਣ ਲੱਗੀ, ਕਮਾਲ ਹੈ, ਤੁਸੀਂ ਮੈਨੂੰ ਅੱਜ ਹੀ ਦੇਖਿਆ ਹੈ, ਉਹ ਵੀ ਪਹਿਲੀ ਵਾਰੀ, ਤੇ ਤੁਹਾਨੂੰ ਮੇਰੇ ਨਾਲ ਪਿਆਰ ਵੀ ਹੋ ਗਿਆ ਏ। ਆਖਰ ਤੁਸੀਂ ਜਾਣਦੇ ਹੀ ਕੀ ਹੋ ਮੇਰੇ ਬਾਰੇ, ਮੇਰੇ ਤੋਂ ਪਰਿਵਾਰ ਬਾਰੇ? ਗੁਰਪ੍ਰੀਤ, ਮੈਂ ਉਸ ਬਾਰੇ ਕੁਝ ਜਾਣਨਾ ਵੀ ਨਹੀਂ ਚਾਹੁੰਦਾ, ਮੈਂ ਬਸ ਇੰਨਾ ਜਾਣਦਾ ਹਾਂ ਕਿ ਤੁਸੀਂ ਮੈਨੂੰ ਪਸੰਦ ਹੋ। ਜੋਬਨ, ਸਰਦਾਰ ਜੀ ਸਿਆਣੇ ਬਣੋ, ਇਹ ਬਾਹਰਲਿਆਂ ਦਾ ਪਿਆਰ ਵਿਆਰ ਨਾ ਸਭ 2 ਦਿਨ ਦਾ ਹੀ ਚਾਅ ਹੀ ਹੁੰਦਾ, ਮਤਲਬ ਪੂਰੇ ਹੁੰਦੇ ਹੀ ਇਹ ਪਰਦੇਸੀ ਉਡਾਰੀ ਮਾਰ ਜਾਂਦੇ ਆ, ਮੁੜ ਕੇ ਫਿਰ ਵਾਪਸ ਵੀ ਨਹੀਂ ਦੇਖਦੇ। ਨਾਲੇ ਤੁਸੀਂ ਜਾਣਦੇ ਕੀ ਹੋ ਮੇਰੇ ਬਾਰੇ? ਮੈਂ ਇੱਕ ਗਰੀਬ ਜਿਹੇ ਮਜ਼ਦੂਰ ਬਾਪ ਦੀ ਮੈਂ ਧੀ ਆ। ਮੇਰੇ ਬੇਬੇ ਵਿਆਹ ਵਾਲੇ ਘਰ 'ਚ ਲਾਗੀ ਦਾ ਕੰਮ ਕਰ ਰਹੀ ਹੈ। ਮੇਰੇ ਆ ਹੱਥ ਪੈਰ ਦੇਖੇ ਨੇ ਤੁਸੀਂ? ਇਹਨਾਂ ਦਾਗ ਧੱਬਿਆਂ ਕਰਕੇ ਮੈਨੂੰ ਹੁਣ ਤੱਕ ਪਤਾ ਕਿੰਨੇ ਸਾਕ ਮੁੜ ਚੁੱਕੇ ਆ। ਕਿੱਥੇ ਅਸੀਂ ਕੁੱਲੀਆਂ 'ਚ ਰਹਿਣ ਵਾਲੇ ਤੇ ਕਿੱਥੇ ਤੁਸੀਂ ਮਹਿਲਾਂ ਵਾਲੇ ਅਮਰੀਕਾ ਦੇ PR ਬੰਦੇ। ਸਾਡੇ ਤਾਂ ਸਾਰੇ ਘਰ ਜਿੰਨਾ ਹੀ ਤੁਹਾਡਾ ਲਾਣ ਹੋਣਾ। ਵੈਸੇ ਵੀ ਸਾਡੀਆਂ ਜਾਤਾਂ ਅਲੱਗ ਨੇ, ਤੁਸੀਂ ਇਹ ਖਿਆਲ ਹੀ ਆਪਣੇ ਦਿਲੋਂ ਦਿਮਾਗ 'ਚੋਂ ਕੱਢ ਦਿਓ ਤਾਂ ਚੰਗਾ ਹੋਵੇਗਾ। ਘੁੰਮਣ ਫਿਰਨ ਆਏ ਹੋ, ਘੁੰਮੋ ਫਿਰੋ ਤੇ ਜਾਓ। ਇਹ ਪਿਆਰ ਕਰਨਾ ਸਾਡੇ ਗਰੀਬਾਂ ਦੇ ਵੱਸ ਦੀ ਖੇਡ ਨਹੀਂ ਹੈ। ਤੁਸੀਂ ਸ਼ਾਇਦ ਉਹ ਕਹਾਵਤ ਸੁਣੀ ਹੀ ਹੋਵੇਗੀ, ਨਾ ਖੂਹ ਦੀ ਇੱਟ ਚੁਬਾਰੇ 'ਚ ਨਹੀਂ ਲੱਗਦੀ ਹੁੰਦੀ। ਚੰਗਾ ਜੀ, ਮੇਰਾ ਘਰ ਆ ਗਿਆ, ਉਮੀਦ ਹੈ ਤੁਸੀਂ ਸਮਝ ਗਏ ਹੋਵੋਗੇ। ਬਾਕੀ ਮੈਨੂੰ ਘਰ ਤੱਕ ਛੱਡਣ ਲਈ ਸ਼ੁਕਰੀਆ। ਇੰਨਾ ਕਹਿ ਕੇ ਜੋਬਨ ਨੇ ਆਪਣੇ ਘਰ ਦਾ ਗੇਟ ਖੋਲ੍ਹਿਆ ਤੇ ਅੰਦਰ ਵੜ ਗਈ। ਗੁਰਪ੍ਰੀਤ, 1 ਮਿੰਟ ਜੋਬਨ ਜੀ। ਇਸ ਤੇ ਜਦ ਜੋਬਨ ਨੇ ਮਾੜਾ ਜਿਹਾ ਦਰਵਾਜ਼ਾ ਖੋਲ੍ਹ ਕੇ ਆਪਣਾ ਸਿਰ ਬਾਹਰ ਕੱਢਿਆ ਤਾਂ ਉਹ ਕਹਿਣ ਲੱਗਾ, ਜੋਬਨ ਜੀ ਕਹਿੰਦੇ ਆ ਪਿਆਰ ਤਾਂ ਇੱਕ ਵਾਰੀ ਹੀ ਹੁੰਦਾ, ਸੋ ਮੈਨੂੰ ਤਾਂ ਉਹ ਤੁਹਾਡੇ ਨਾਲ ਹੋ ਗਿਆ।
ਤੁਸੀਂ ਵੀ ਬਸ ਹੁਣ ਦੇਖਦੇ ਜਾਓ, ਜੇ ਮੈਂ ਇਹ ਖੂਹ ਦੀ ਇੱਟ ਆਪਣੇ ਚੁਬਾਰੇ ਨੂੰ ਨਾ ਲਗਾਈ ਨਾ ਤਾਂ ਮੈਂ ਵੀ ਆਪਣੇ ਬੇਬੇ ਬਾਪੂ ਦਾ ਪੁੱਤ ਨਹੀਂ। ਇੰਨਾ ਕਹਿ ਕੇ ਗੁਰਪ੍ਰੀਤ ਵਾਪਸ ਮੁੜ ਗਿਆ। ਅਗਲੇ ਦਿਨ ਸਵੇਰੇ ਜੋਬਨ ਨੇ ਉੱਠ ਕੇ ਘਰ ਦੇ ਸਾਰੇ ਕੰਮ ਨਿਬੇੜੇ ਤੇ ਫਟਾਫਟ ਨਹਾ ਧੋ ਕੇ ਤਿਆਰ ਹੋ ਗਈ। 8 ਕੁ ਵੱਜਦੇ ਨੂੰ ਉਹ ਜੋਤ ਦੇ ਘਰ ਪਹੁੰਚ ਗਈ। ਜਦ ਉਸ ਦੇ ਕਮਰੇ 'ਚ ਆਈ ਤਾਂ ਜੋਤ ਸਾਰੇ ਕਮਰੇ 'ਚ ਖਿਲਾਰਾ ਪਾਈ ਬੈਠੀ ਸੀ। ਉਸ ਨੂੰ ਦੇਖ ਕੇ ਜੋਬਨ ਕਹਿਣ ਲੱਗੀ, ਜੋਤ ਤੂੰ ਆਹ ਕੀ ਕੀਤਾ ਹੋਇਆ, ਇੰਨਾ ਖਿਲਾਰਾ ਕਿਉਂ ਪਾਇਆ ਆ? ਜੋਤ, ਮੈਂ ਜਦ ਨਹਾ ਧੋ ਕੇ ਤਿਆਰ ਹੋਣ ਲੱਗੀ ਤਾਂ ਮੈਨੂੰ ਮੇਰੀ ਮੇਕਅਪ ਕਿੱਟ ਹੀ ਨਹੀਂ ਮਿਲੀ, ਕਿਤੇ ਉਸ ਨੂੰ ਲੱਭਦੇ ਚੱਕਰ 'ਚ ਆ ਸਭ ਕੁਝ ਹੋ ਗਿਆ। ਜੋਬਨ, ਕਮਲੀਏ ਭੁੱਲ ਗਈ, ਕੱਲ ਤੂੰ ਮੇਰੇ ਸਾਹਮਣੇ ਤਾਂ ਉਹੀ ਅਲਮਾਰੀ 'ਚ ਤਾਲਾ ਲਗਾ ਕੇ ਰੱਖੀ ਸੀ। ਜੋਤ, ਉਹ ਹਾਂ ਮੈਂ ਤਾਂ ਸੱਚ ਭੁੱਲ ਹੀ ਗਈ, ਕਹਿ ਕੇ ਉਸਨੇ ਆਪਣੀ ਅਲਮਾਰੀ ਦੀ ਚਾਬੀ ਚੱਕੀ ਤੇ ਮੇਕਅਪ ਕਿੱਟ ਕੱਢ ਲਈ। ਫਿਰ ਜੋਤ ਸ਼ੀਸ਼ੇ ਮੂਹਰੇ ਬੈਠ ਕੇ ਤਿਆਰ ਹੋਣ ਲੱਗ ਪਈ। ਜੋਬਨ ਨੂੰ ਸੋਚਾਂ 'ਚ ਖੋਈ ਦੇਖ ਕੇ ਜੋਤ ਕਹਿਣ ਲੱਗੀ, ਹੁਣ ਤੈਨੂੰ ਕੀ ਹੋਇਆ, ਤੂੰ ਕਿਸ ਦੀਆਂ ਸੋਚਾਂ 'ਚ ਖੋਈ ਐ? ਜੋਬਨ, ਮੈਂ ਤੈਨੂੰ ਗੱਲ ਕਿਵੇਂ ਦੱਸਾਂ ਯਾਰ, ਮੈਨੂੰ ਸਮਝ ਨਹੀਂ ਆ ਰਹੀ। ਜੋਤ, ਲੈ ਬੋਲ ਕੇ ਦੱਸ, ਹੋਰ ਕਿਵੇਂ ਦੱਸੇਂਗੀ? ਫਿਰ ਜੋਬਨ ਕਹਿਣ ਲੱਗੀ, ਦੇਖ ਜੋਤ ਤੂੰ ਮੈਨੂੰ ਗਲਤ ਨਾ ਸਮਝੀ, ਮੈਨੂੰ ਤਾਂ ਇਸ ਦੇ ਬਾਰੇ ਕੁਝ ਪਤਾ ਵੀ ਨਹੀਂ ਹੈ। ਜੋਤ, ਪਰ ਗੱਲ ਤਾਂ ਦੱਸ, ਕੀ ਹੋਇਆ ਏ? ਜੋਬਨ, ਰਾਤੀ ਜਦ ਤੇਰਾ ਵੀਰ ਮੈਨੂੰ ਘਰ ਛੱਡਣ ਆਇਆ ਸੀ ਤਾਂ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦਾ ਏ। ਕਹਿ ਕੇ ਫਿਰ ਜੋਬਨ ਨੇ ਸਾਰੀ ਗੱਲ ਜੋਤ ਨੂੰ ਦੱਸੀ। ਉਸ ਦੀ ਗੱਲ ਸੁਣ ਕੇ ਜੋਤ ਖੜੀ ਹੋ ਕੇ ਜੋਬਨ ਕੋਲ ਆਈ ਤੇ ਕਹਿਣ ਲੱਗੀ, ਫਿਰ ਮੇਰੀ ਭੈਣ ਨੇ ਕੀ ਸੋਚਿਆ, ਬਣੇਗੀ ਮੇਰੀ ਭਾਬੋ ਰਾਣੀ? ਜੋਬਨ, ਜੋਤ ਸਭ ਕੁਝ ਜਾਣਦੇ ਹੋਏ ਵੀ ਤੂੰ ਇਹ ਗੱਲ ਕਹਿ ਰਹੀ ਐ? ਸਾਡੀ ਜਾਤ ਅਲੱਗ ਆ, ਨਾਲੇ ਤੂੰ ਅੱਜ ਤੱਕ ਕਦੇ ਦੇਖਿਆ ਕਿਸੇ ਉੱਚੀ ਜਾਤ ਵਾਲੇ ਨੇ ਕਿਸੇ ਛੋਟੇ ਘਰ ਦੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਬਣਾਇਆ ਹੋਵੇ? ਮੈਂ ਨਹੀਂ ਚਾਹੁੰਦੀ ਕੱਲ ਨੂੰ ਮੇਰੇ ਕਰਕੇ ਤੁਹਾਡੇ ਘਰ 'ਚ ਕੋਈ ਕਲੇਸ਼ ਹੋਵੇ। ਤੂੰ ਪਲੀਜ਼ ਆਪਣੇ ਵੀਰੇ ਨੂੰ ਸਮਝਾ ਕਿ ਉਹ ਇਹ ਜਿੱਦ ਛੱਡ ਦੇਵੇ। ਜੋਤ, ਵੀਰਾ ਤਾਂ ਬਹੁਤ ਜਿੱਦੀ ਆ, ਨਾਲ ਉਹ ਤਾਂ ਕਿਸੇ ਦੀ ਮੰਨਣ ਵਾਲਿਆਂ 'ਚੋਂ ਹੈ ਨਹੀਂ, ਉਹ ਆਪਣੀ ਗੱਲ ਦਾ ਬਹੁਤ ਪੱਕਾ, ਜੋ ਕਹਿੰਦਾ ਕਰਕੇ ਦਿਖਾਉਂਦਾ। ਅਸੀਂ ਤੁਹਾਡੇ ਵਾਸਤੇ ਅੱਜ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ, ਜਿਸ ਦਾ ਨਾਮ ਹੈ ਗੱਲ ਲੇਖਾਂ ਦੀ। ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਊਗੀ, ਜੋ ਕਿ ਅਸੀਂ ਬੜੀ ਹੀ ਮਿਹਨਤ ਨਾਲ ਤੁਹਾਡੇ ਵਾਸਤੇ ਨਵੀਆਂ ਕਹਾਣੀਆਂ ਪੇਸ਼ ਕਰਦੇ ਰਹਿੰਦੇ ਹਾਂ। ਸਾਡੀ ਇਹ ਬੇਨਤੀ ਹੈ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ। ਇਸ ਲੜੀਵਾਰ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੁੜੇ ਰਹੋ ਰਾਜ ਪੰਜਾਬੀ ਕਹਾਣੀਆਂ ਦੇ ਨਾਲ।